ਸੋ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਟਿਊਟ 'ਤੇ। ਸੋ ਅੱਜ ਦੀ ਇਸ ਕਲਾਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਜੀ ਪ੍ਰੈਜ਼ੀਡੈਂਟ ਆਫ ਇੰਡੀਆ ਦਾ ਸੈਕੰਡ ਪਾਰਟ, ਜਿਸ ਦੇ ਵਿੱਚ ਆਪਾਂ ਫੰਕਸ਼ਨਸ ਆਫ ਪ੍ਰੈਜ਼ੀਡੈਂਟ ਨੂੰ ਡਿਸਕਸ ਕਰਾਂਗੇ। ਇਸ ਤੋਂ ਪਹਿਲਾਂ ਆਪਾਂ ਜਿਹੜੇ ਪ੍ਰੈਜ਼ੀਡੈਂਟ ਦੇ ਨਾਲ ਰਿਲੇਟਡ ਕੁਝ ਆਰਟੀਕਲ ਅਤੇ ਰਾਸ਼ਟਰਪਤੀ ਦੀ ਜਿਹੜੀ ਚੋਣ ਹੈ ਉਹ ਕਿਸ ਤਰੀਕੇ ਦੇ ਨਾਲ ਹੁੰਦੀ ਹੈ, ਕਿੰਨਾ ਕਾਰਜਕਾਲ ਹੁੰਦਾ ਹੈ, ਕਿੰਨੀ ਤਨਖਾਹ ਹੁੰਦੀ ਹੈ, ਉਹਦਾ ਆਪਣਾ ਫਸਟ ਪਾਰਟ ਕੰਪਲੀਟ ਹੋ ਚੁੱਕਿਆ ਹੈ। ਉਹ ਤੁਸੀਂ ਜੋ ਫੋਲਡਰ ਬਣਿਆ ਹੋਇਆ ਆਪਣਾ ਹਿਸਟਰੀ ਦਾ, ਇੰਡੀਅਨ ਪੋਲਿਟੀ ਦਾ, ਉਸ ਵਿੱਚ ਜਾ ਕੇ ਦੇਖ ਸਕਦੇ ਹੈਗੇ ਹੋਗੇ। ਇਹ ਆਪਣਾ ਸੈਕੰਡ ਪਾਰਟ ਹੈ ਜਿਸ ਦੇ ਵਿੱਚ ਆਪਾਂ ਰਾਸ਼ਟਰਪਤੀ ਦੇ ਸਿਰਫ ਕੰਮਾਂ ਦਾ ਜ਼ਿਕਰ ਕਰਾਂਗੇ। ਥਰਡ ਪਾਰਟ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਜੀ ਜਿਹੜੀ ਵੀਟੋ ਪਾਵਰ ਹੈ ਉਹ ਕਿਹੜੀ ਕਿਹੜੀ ਹੈ ਅਤੇ ਕਿਸ ਨੇ ਇਸਤੇਮਾਲ ਕੀਤੀ ਹੈ, ਅਤੇ ਇਸ ਤੋਂ ਇਲਾਵਾ ਐਮਰਜੈਂਸੀ ਪਾਵਰਸ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਆਪਾਂ ਥਰਡ ਪਾਰਟ ਦੇ ਵਿੱਚ ਡਿਸਕਸ ਕਰਾਂਗੇ। ਓਕੇ, ਵਟਸਐਪ ਗਰੁੱਪ ਜੁਆਇਨ ਕਰਨ ਦੇ ਲਈ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ। ਐਪ ਦੇ ਉੱਪਰ ਤੁਸੀਂ ਆਲਰੇਡੀ ਹੀ ਐਡ ਹੋ ਤਾਂ ਜ਼ਰੂਰਤ ਨਹੀਂ ਹੈ ਡਾਊਨਲੋਡ ਕਰਨ ਦੀ। ਓਕੇ, ਤਾਂ ਸ਼ੁਰੂ ਕਰਦੇ ਹਾਂ ਸੈਸ਼ਨ ਅੱਜ ਦਾ। ਰਾਸ਼ਟਰਪਤੀ ਦੀਆਂ ਸ਼ਕਤੀਆਂ ਦੇਖੋ ਵੀ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਵੱਖਰੀਆਂ ਵੱਖਰੀਆਂ ਨੇ ਅਤੇ ਹਰ ਇੱਕ ਦੇ ਵਿੱਚੋਂ ਕੋਈ ਵੀ ਕੁਐਸਚਨ ਬਣ ਸਕਦਾ ਹੁੰਦਾ। ਇਸ ਲਈ ਮੇਰੀ ਪੂਰੀ ਕੋਸ਼ਿਸ਼ ਰਹੇਗੀ ਕਿ ਕੋਈ ਵੀ ਅਜਿਹਾ ਪਾਰਟ, ਕੋਈ ਵੀ ਅਜਿਹਾ ਪੁਆਇੰਟ ਜਿਹੜਾ ਉਹ ਮਿਸ ਨਾ ਹੋਵੇ। ਇਸ ਲਈ ਮੈਂ ਜਿੰਨਾ ਜ਼ਿਆਦਾ ਹੋ ਸਕਿਆ ਉਨਾ ਜ਼ਿਆਦਾ ਡੀਪਲੀ ਕਰਾਉਣ ਦੀ ਤੁਹਾਨੂੰ ਕੋਸ਼ਿਸ਼ ਕਰੂੰਗਾ ਹਰ ਇੱਕ ਚੀਜ਼ ਨੂੰ, ਤਾਂ ਕਿ ਪੇਪਰ ਜਿਹੜਾ ਹੈ ਉਹ ਆਪਣਾ 100% ਜਿਹੜਾ ਉਹ ਕਵਰ ਹੋਵੇ। ਠੀਕ ਹੈ, ਸੋ ਹੋ ਸਕਦਾ ਕਿ ਇੱਕ ਅੱਧਾ, ਜਿਵੇਂ ਪਿਛਲੀ ਵਾਰ ਆਪਾਂ ਨੇ ਲਗਭਗ ਸਾਰਾ ਹੀ ਸਿਲੇਬਸ ਸੀਗਾ ਆਲਮੋਸਟ ਕੀਤਾ ਹੋਇਆ ਸੀ, ਬਟ ਕੁਝ ਕੁਐਸਚਨ ਜਿਹੜੇ ਆਊਟਸਾਈਡ ਹੋ ਗਏ ਸੀ, ਬਾਹਰੋਂ ਹੀ ਆ ਗਏ ਸੀਗੇ, ਜਿਵੇਂ ਕਿ ਆਪਣੇ ਸਿਲੇਬਸ ਦੇ ਵਿੱਚੋਂ ਮੈਂਸ਼ਨ ਨਹੀਂ ਸੀ। ਪਰ ਇਸ ਵਾਰ ਮੈਂ ਉਹ ਸਾਰੀਆਂ ਚੀਜ਼ਾਂ ਨੂੰ ਇਸ ਦੇ ਵਿੱਚ ਮੈਂਸ਼ਨ ਕਰ ਰਿਹਾ ਹਾਂ, ਯਾਨੀ ਕਿ ਤੁਹਾਡਾ ਜਿਹੜਾ ਇਹ ਕਲਾਸ ਹੈ ਇਹ ਇੱਕ ਤਰ੍ਹਾਂ ਦੀ UPSC ਲੈਵਲ ਦੀ ਹੈ। UPSC ਲੈਵਲ ਦੇ ਹਰ ਇੱਕ ਪੁਆਇੰਟ ਨੂੰ ਇਹਦੇ ਵਿੱਚ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ। ਓਕੇ, ਰਾਸ਼ਟਰਪਤੀ ਦੀਆਂ ਸ਼ਕਤੀਆਂ ਨੂੰ ਕਈ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ, ਜਿਵੇਂ ਕਾਰਜਕਾਰੀ ਸ਼ਕਤੀਆਂ ਹੋ ਗਈਆਂ, ਵਿਧਾਨਕ ਸ਼ਕਤੀਆਂ ਹੋ ਗਈਆਂ ਅਤੇ ਵਿੱਤੀ ਸ਼ਕਤੀਆਂ। ਇਹ ਤਿੰਨ ਪ੍ਰਮੁੱਖ ਸ਼ਕਤੀਆਂ ਹੈਗੀਆਂ ਨੇ। ਪਹਿਲਾਂ ਆਪਾਂ ਗੱਲ ਕਰਾਂਗੇ ਕਾਰਜਕਾਰੀ ਸ਼ਕਤੀਆਂ, ਜਿਹਨੂੰ ਕਿ ਐਗਜ਼ੀਕਿਊਟਿਵ ਪਾਵਰਸ ਕਹਿ ਦਿੰਦੇ ਹੈ। ਰਾਸ਼ਟਰਪਤੀ ਨੂੰ ਐਗਜ਼ੀਕਿਊਟਿਵ ਜਿਹੜੀਆਂ ਪਾਵਰ ਦਿੱਤੀਆਂ ਗਈਆਂ ਨੇ ਉਹ ਆਰਟੀਕਲ 53 ਦੇ ਵਿੱਚ ਦਿੱਤੀਆਂ ਗਈਆਂ ਨੇ ਕਿ ਭਾਰਤ ਦਾ ਜਿਹੜਾ ਰਾਸ਼ਟਰਪਤੀ ਹੈਗਾ ਉਹ ਕਾਰਜਕਾਰੀ ਸ਼ਕਤੀਆਂ ਦੀ ਵਰਤੋਂ ਕਰ ਸਕਦਾ ਹੈ। ਕਾਰਜਕਾਰੀ ਸ਼ਕਤੀਆਂ ਦੇ ਵਿੱਚ ਮਤਲਬ ਕਿ ਉਹ ਆਪਣੀ ਸਹਾਇਤਾ ਦੇ ਲਈ ਕੁਝ ਕਮੇਟੀਆਂ, ਕੁਝ ਸੰਮਤੀਆਂ ਦੇ ਚੇਅਰਮੈਨ ਅਤੇ ਕੁਝ ਪ੍ਰਮੁੱਖ ਨਿਯੁਕਤੀਆਂ ਜਿਹੜੀਆਂ ਨੇ ਉਹ ਕਰ ਸਕਦਾ ਹੁੰਦਾ। ਸੋ ਉਹ ਸਾਰੇ ਅਧਿਕਾਰ ਜਿਹੜੇ ਹੈਗੇ ਨੇ ਉਹ ਕਾਰਜਕਾਰੀ ਸ਼ਕਤੀਆਂ ਦੇ ਵਿੱਚ ਆਉਂਦੇ ਹੈਗੇ ਨੇਗੇ। ਰਾਸ਼ਟਰਪਤੀ ਦੀ ਕਾਰਜਕਾਰੀ ਸ਼ਕਤੀਆਂ ਦੇ ਵਿੱਚ ਆਉਂਦਾ ਹੈਗਾ ਕਿ ਰਾਸ਼ਟਰਪਤੀ ਨੂੰ ਜਿਹੜਾ ਹੈ, ਠੀਕ ਹੈ, ਸੰਸਦ ਨੂੰ ਜਿਹੜਾ ਹੈ ਕਾਨੂੰਨ ਬਣਾਉਣ ਦਾ ਅਧਿਕਾਰ ਦਿੰਦਾ ਹੈਗਾ। ਇਹ ਵੀ ਕਾਰਜਕਾਰੀ ਸ਼ਕਤੀਆਂ ਦੇ ਵਿੱਚ ਆਉਂਦਾ ਹੈ। ਇਸ ਤੋਂ ਇਲਾਵਾ ਰਾਸ਼ਟਰਪਤੀ ਕੁਝ ਮਹੱਤਵਪੂਰਨ ਨਿਯੁਕਤੀਆਂ ਕਰਦਾ ਹੈਗਾ, ਜਿਨ੍ਹਾਂ ਦੇ ਵਿੱਚੋਂ ਪ੍ਰਧਾਨ ਮੰਤਰੀ। ਅੱਛਾ, ਇਹਨਾਂ ਦੇ ਨਾਲ ਰਿਲੇਟਡ ਜਿਹੜੇ ਆਰਟੀਕਲ ਰਹਿਣਗੇ ਉਹ ਆਪਾਂ ਇਹਨਾਂ ਟੌਪਿਕਸ ਦੇ ਵਿੱਚ ਹੀ ਡਿਸਕਸ ਕਰਾਂਗੇ, ਜਿਵੇਂ ਪ੍ਰਧਾਨ ਮੰਤਰੀ ਵਾਲਾ ਹੋ ਗਿਆ। ਠੀਕ ਹੈ, ਸੋ ਇਹ ਡਿਸਕਸ ਆਪਾਂ ਪ੍ਰਧਾਨ ਮੰਤਰੀ ਚੈਪਟਰ 'ਚ ਹੀ ਕਰਾਂਗੇ। ਆਰਟੀਕਲ ਆਪਾਂ ਇਹਦੇ ਵਿੱਚ ਮੈਂਸ਼ਨ ਨਹੀਂ ਕੀਤੇ, ਪਰ ਅਗਲੀਆਂ ਚੀਜ਼ਾਂ ਡਿਸਕਸ ਕਰ ਰਹੇ ਹਾਂ। ਪ੍ਰਧਾਨ ਮੰਤਰੀ ਦੀ ਨਿਯੁਕਤੀ ਜਿਹੜੀ ਹੈ ਉਹ ਰਾਸ਼ਟਰਪਤੀ ਦੇ ਦੁਆਰਾ ਕੀਤੀ ਜਾਂਦੀ ਹੈ, ਬਟ ਰਾਸ਼ਟਰਪਤੀ ਸਿਰਫ ਉਸ ਵਿਅਕਤੀ ਨੂੰ ਹੀ ਪ੍ਰਧਾਨ ਮੰਤਰੀ ਨਿਯੁਕਤ ਕਰ ਸਕਦਾ ਹੈ ਜਿਸ ਨੂੰ ਕਿ ਲੋਕ ਸਭਾ ਦੇ ਵਿੱਚ ਬਹੁਮਤ ਮਿਲਿਆ ਹੋਵੇ। ਠੀਕ ਹੈ, ਜਿਸ ਨੂੰ ਕਿ ਲੋਕ ਸਭਾ ਦੇ ਵਿੱਚ ਬਹੁਮਤ ਮਿਲਿਆ ਹੋਵੇ। ਇਹਦੇ ਨਾਲ ਇਹ ਵੀ ਤੁਸੀਂ ਯਾਦ ਰੱਖਣਾ ਕਿ ਰਾਸ਼ਟਰਪਤੀ ਕਈ ਵਾਰ ਆਪਣੀ ਰਾਏ ਦੀ ਵੀ ਇਸਤੇਮਾਲ ਕਰ ਸਕਦਾ ਹੈ। ਉਹ ਤਦ ਹੁੰਦਾ ਹੈ ਜਦੋਂ ਕਿਸੇ ਵਿਅਕਤੀ ਨੂੰ ਬਹੁਮਤ ਜਾਂ ਕਿਸੇ ਰਾਜਨੀਤਿਕ ਪਾਰਟੀ ਨੂੰ ਬਹੁਮਤ ਨਹੀਂ ਮਿਲਦਾ, ਤਾਂ ਉੱਥੇ ਰਾਸ਼ਟਰਪਤੀ ਆਪਣੀ ਸੁਤੰਤਰ ਇੱਛਾ ਦਾ ਇਸਤੇਮਾਲ ਕਰਦੇ ਹੋਏ ਪ੍ਰਧਾਨ ਮੰਤਰੀ ਨਿਯੁਕਤ ਕਰ ਸਕਦਾ ਹੈ। ਫਿਰ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਸਿਫਾਰਿਸ਼ ਦੇ ਉੱਪਰ ਕੇਂਦਰੀ ਮੰਤਰੀ ਮੰਡਲ, ਠੀਕ ਹੈ, ਪ੍ਰਧਾਨ ਮੰਤਰੀ ਦੀ ਸਲਾਹ ਦੇ ਉੱਪਰ ਜਿਹੜਾ ਹੈਗਾ ਕੇਂਦਰੀ ਮੰਤਰੀ ਮੰਡਲ ਦੀ ਜਿਹੜੀ ਹੈ ਨਿਯੁਕਤੀ ਕਰਦਾ ਹੈ। ਤੇ ਅਕਸਰ ਇਹ ਲਿਸਟ ਜਿਹੜੀ ਹੈ ਪ੍ਰਧਾਨ ਮੰਤਰੀ ਦੀ ਬਣਾਈ ਹੁੰਦੀ ਹੈਗੀ ਹੈ, ਤੇ ਜੋ ਪ੍ਰਧਾਨ ਮੰਤਰੀ ਨਾਮ ਐਡ ਕਰ ਦਿੱਤਾ ਹੈ ਸੋ ਉਸੇ ਨੂੰ ਹੀ ਮੰਤਰੀ ਮੰਡਲ ਦੇ ਵਿੱਚ ਪ੍ਰੈਜ਼ੀਡੈਂਟ ਸਾਈਨ ਕਰ ਦਿੰਦਾ ਹੁੰਦਾ ਹੈ। ਅਟਾਰਨੀ ਜਨਰਲ, ਭਾਰਤ ਦੇ ਅਟਾਰਨੀ ਜਨਰਲ ਦੀ ਜਿਹੜੀ ਹੈ ਨਿਯੁਕਤੀ ਹੈ ਇਹ ਵੀ ਭਾਰਤ ਦੇ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ। ਭਾਰਤ ਦੇ ਕੰਪਟਰੋਲਰ ਤੇ ਐਡੀਟਰ ਜਨਰਲ ਦੀ ਨਿਯੁਕਤੀ ਇਹ ਵੀ ਭਾਰਤ ਦੇ ਰਾਸ਼ਟਰਪਤੀ ਦੇ ਦੁਆਰਾ ਕੀਤੀ ਜਾਂਦੀ ਹੈ। ਸਰਵਉੱਚ ਅਦਾਲਤ ਦੇ ਜੱਜਾਂ ਅਤੇ ਉੱਚ ਅਦਾਲਤ ਦੇ ਜੱਜਾਂ ਦੀ ਨਿਯੁਕਤੀ ਵੀ ਜਿਹੜੀ ਹੈਗੀ ਉਹ ਰਾਸ਼ਟਰਪਤੀ ਦੇ ਦੁਆਰਾ ਹੀ ਕੀਤੀ ਜਾਂਦੀ ਹੈਗੀ। ਇਸ ਤੋਂ ਇਲਾਵਾ ਰਾਜਾਂ ਦੇ ਰਾਜਪਾਲ, ਚੋਣ ਕਮਿਸ਼ਨਰ, ਵਿਦੇਸ਼ਾਂ ਦੇ ਵਿੱਚ ਭੇਜੇ ਜਾਣ ਵਾਲੇ ਰਾਜਦੂਤ ਜਿਹੜੇ ਹੈਗੇ ਨੇਗੇ ਉਹ ਵੀ ਸਾਰੇ ਰਾਸ਼ਟਰਪਤੀ ਦੇ ਦੁਆਰਾ ਹੀ ਨਿਯੁਕਤ ਕੀਤੇ ਜਾਂਦੇ ਹੈਗੇ ਨੇਗੇ। ਇਹ ਕਾਰਜਕਾਰੀ ਸ਼ਕਤੀਆਂ ਦੇ ਵਿੱਚ ਆ। ਇਸ ਤੋਂ ਇਲਾਵਾ ਰਾਸ਼ਟਰਪਤੀ ਕੁਝ ਕਮਿਸ਼ਨਾਂ ਦੇ ਚੇਅਰਮੈਨਾਂ ਦੀ ਜਿਹੜੀ ਨਿਯੁਕਤੀ ਹੈ ਉਹ ਕਰਦਾ ਹੈਗਾ, ਤੇ ਇਹ ਅਧਿਕਾਰ ਉਸਦੇ ਕੋਲੇ ਹੈਗਾ, ਯਾਨੀ ਕਿ ਕੁਝ ਅਧਿਆਕਾਸ਼, ਜਿਵੇਂ ਕਿ ਇੰਟਰਸਟੇਟ ਕੌਂਸਲ। ਅੱਛਾ, ਇਹਨਾਂ ਸਾਰੇ ਪੁਆਇੰਟਸ ਨੂੰ ਬੜੇ ਧਿਆਨ ਦੇ ਨਾਲ ਨੋਟ ਕਰਨਾ ਤੇ ਸਮਝਣਾ ਬਈ, ਠੀਕ ਹੈ। ਕੁਐਸਚਨ ਕਿਤੋਂ ਵੀ ਬਣ ਸਕਦਾ ਹੈ ਕਿਸੇ ਵੀ ਤਰ੍ਹਾਂ ਦਾ, ਸੋ ਇਸ ਕਰਕੇ ਹਰ ਇੱਕ ਪੁਆਇੰਟ ਨੂੰ ਬੜੇ ਧਿਆਨ ਦੇ ਨਾਲ ਸੁਣਨਾ ਹੈ। ਪਹਿਲਾ ਹੈ ਅੰਤਰਰਾਜੀ ਪ੍ਰੀਸ਼ਦ, ਇੰਟਰਸਟੇਟ ਕੌਂਸਲ। ਇਹਦੇ CM ਯਾਨੀ ਕਿ ਚੇਅਰਮੈਨ ਨੂੰ ਜਿਹੜਾ ਹੈ ਨਿਯੁਕਤ ਕਰਨ ਦੀ ਜਿਹੜੀ ਸ਼ਕਤੀ ਹੈ ਭਾਰਤ ਦੇ ਰਾਸ਼ਟਰਪਤੀ ਕੋਲੇ ਹੈ। ਇਸੇ ਤਰੀਕੇ ਦੇ ਨਾਲ ਸੰਘੀ ਲੋਕ ਸੇਵਾ ਕਮਿਸ਼ਨ, ਜਿਹਨੂੰ ਕਿ UPSC ਆਪਾਂ ਕਹਿ ਦਿੰਦੇ ਹੈਗੇ ਆ, ਯੂਨੀਅਨ ਪਬਲਿਕ ਸਰਵਿਸ ਕਮਿਸ਼ਨ, ਇਹਦੇ ਚੇਅਰਮੈਨ ਦੀ ਨਿਯੁਕਤੀ ਵੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ। ਸਾਂਝਾ ਪ੍ਰਾਂਤਿਕ ਲੋਕ ਸੇਵਾ ਕਮਿਸ਼ਨ, ਜਿਹਨੂੰ ਜੁਆਇੰਟ ਸਟੇਟ ਪਬਲਿਕ ਸਰਵਿਸ ਕਮਿਸ਼ਨ ਕਹਿੰਦੇ ਆ, ਇਹਦੇ ਚੇਅਰਮੈਨ ਦੀ ਨਿਯੁਕਤੀ ਵੀ ਰਾਸ਼ਟਰਪਤੀ ਕਰਦਾ ਹੈ।
फाइनांस कमीशन ये तुहानूं पता ही है, इहदी नियुक्ति भी राष्ट्रपति करता है। इलैक्शन कमीशन जिहड़ा है इहदी नियुक्ति भी राष्ट्रपति करता है। नैशनल कमीशन फॉर शेड्यूल कास्ट ਅਤੇ ਨੈਸ਼ਨਲ ਕਮਿਸ਼ਨ ਫॉर शेड्यूल ट्राइब्स ਦੋਨਾਂ ਦੇ ਜਿਹੜੇ ਚੇਅਰਮੈਨ ਨੇਗੇ ਇਹ ਵੀ ਭਾਰਤ ਦੇ ਰਾਸ਼ਟਰਪਤੀ ਦੇ ਦੁਆਰਾ ਹੀ ਨਿਯੁਕਤ ਕੀਤੇ ਜਾਂਦੇ ਹੈਗੇ ਨੇਗੇ। ਇਸ ਤੋਂ ਇਲਾਵਾ ਸੈਂਟਰਲ ਲੈਵਲ ਦੇ ਉੱਪਰ ਲੈਂਗੁਏਜ ਕਮਿਸ਼ਨ ਜਿਹੜਾ ਹੈਗਾ ਗਾ, ਭਾਸ਼ਾ ਆਯੋਗ ਜਿਹੜਾ ਹੈ ਉਸ ਦੇ ਚੇਅਰਮੈਨ ਦੀ ਨਿਯੁਕਤੀ ਵੀ ਭਾਰਤ ਦੇ ਰਾਸ਼ਟਰਪਤੀ ਦੇ ਦੁਆਰਾ ਹੀ ਕੀਤੀ ਜਾਂਦੀ ਹੈਗੀ। ਉਸ ਤੋਂ ਇਲਾਵਾ ਨੈਸ਼ਨਲ ਕਮਿਸ਼ਨ ਫॉर ਹਿਊਮਨ ਰਾਈਟ ਆ ਇੰਪੋਰਟੈਂਟ ਹੈ, ਲਾਸਟ ਐਗਜ਼ਾਮ ਦੇ ਵਿੱਚ ਆਪਣੇ ਕੋਲ ਆਏ ਹੋਏ ਸੀਗੇ, ਠੀਕ ਹੈ। ਸੋ ਇਹ ਵੀ ਜਿਹੜਾ ਹੈ ਕਹਿ ਸਕਦੇ ਹਾਂ ਨਿਯੁਕਤੀ ਕੀਤੀ ਜਾਂਦੀ ਹੈ ਰਾਸ਼ਟਰਪਤੀ ਦੇ ਦੁਆਰਾ। ਇਹ ਪ੍ਰਮੁੱਖ ਚੇਅਰਮੈਨ ਨੇ ਜੀ, ਠੀਕ ਹੈ। ਇਹਨਾਂ ਕੌਂਸਲਾਂ ਨੂੰ ਕਈਆਂ ਨੂੰ ਬਣਾਉਂਦਾ ਵੀ ਖੁਦ ਹੀ ਹੈ ਅਤੇ ਕਈਆਂ ਦੇ ਵਿੱਚ ਚੇਅਰਮੈਨ ਦੀ ਜਿਹੜੀ ਨਿਯੁਕਤੀ ਹੈ ਉਹ ਸਾਰੀਆਂ ਦੇ ਵਿੱਚੋਂ ਹੀ ਤਕਰੀਬਨ ਇਹਨਾਂ ਦੇ ਵਿੱਚ ਰਾਸ਼ਟਰਪਤੀ ਦੇ ਦੁਆਰਾ ਕੀਤੀ ਜਾਂਦੀ ਹੈਗੀ ਅੱਗੇ। ਦੂਜੀ ਪ੍ਰਮੁੱਖ ਸ਼ਕਤੀ ਆ ਜਾਂਦੀ ਹੈ ਸੈਨਿਕ ਸ਼ਕਤੀ, ਜਿਹਨੂੰ ਮਿਲਟਰੀ ਪਾਵਰਸ ਕਹਿ ਦਿੰਦੇ ਹੈ। ਮਿਲਟਰੀ ਪਾਵਰਸ ਦੇ ਵਿੱਚ ਪ੍ਰਮੁੱਖ ਤੌਰ ਦੇ ਉੱਪਰ ਰਾਸ਼ਟਰਪਤੀ ਨੂੰ ਵਿਸ਼ੇਸ਼ ਅਧਿਕਾਰ ਇਹ ਹੁੰਦਾ ਹੈਗਾ ਗਾ ਕਿ ਜਿਹੜਾ ਰਾਸ਼ਟਰਪਤੀ ਹੈ ਉਹ ਭਾਰਤ ਦੀਆਂ ਤਿੰਨੋਂ ਸੈਨਾਵਾਂ ਦਾ ਸਰਵਉੱਚ ਸੈਨਾਪਤੀ ਹੁੰਦਾ ਹੈ, ਜਿਵੇਂ ਥਲ ਸੈਨਾ, ਜਲ ਸੈਨਾ, ਵਾਯੂ ਸੈਨਾ। ਇਹਨਾਂ ਦਾ ਸੈਨਾਪਤੀ ਜਿਹੜਾ ਹੈ ਹਮੇਸ਼ਾ ਉਹ ਭਾਰਤ ਦਾ ਰਾਸ਼ਟਰਪਤੀ ਹੀ ਹੁੰਦਾ ਹੈਗਾ ਗਾ। ਵਰਤਮਾਨ ਸਮੇਂ ਦ੍ਰੋਪਦੀ ਮੁਰਮੂ ਸਾਡੇ ਭਾਰਤ ਦੀ ਰਾਸ਼ਟਰਪਤੀ ਹੈਗੀ ਆ, ਇਸ ਕਰਕੇ ਇਹਨਾਂ ਤਿੰਨਾਂ ਸੈਨਾਵਾਂ ਦੀ ਜਿਹੜੀ ਸੈਨਾਪਤੀ ਹੈ ਵਰਤਮਾਨ ਸਮੇਂ ਉਹ ਦ੍ਰੋਪਦੀ ਮੁਰਮੂ ਹੈ, ਠੀਕ ਹੈ। ਬਟ ਇੱਥੇ ਚੀਜ਼ ਯਾਦ ਰੱਖਣੀ ਹੈ ਕਿ ਜਿੱਥੇ ਇਹ ਸੈਨਾਪਤੀ ਹੁੰਦਾ ਹੈ ਇਹਦੇ ਕੋਲੇ ਇੰਨੀ ਜ਼ਿਆਦਾ ਸ਼ਕਤੀ ਨਹੀਂ ਹੁੰਦੀ ਰਾਸ਼ਟਰਪਤੀ ਕੋਲੇ ਕਿ ਆਪਣੀ ਮਰਜ਼ੀ ਦੇ ਨਾਲ ਯੁੱਧ ਦੀ ਘੋਸ਼ਣਾ ਕਰ ਦੇਵੇ, ਆਪਣੇ ਤਰੀਕੇ ਨਾਲ ਜਦੋਂ ਮਰਜ਼ੀ ਲੜਾਈ ਸ਼ੁਰੂ ਕਰ ਦੇ, ਅਜਿਹਾ ਨਹੀਂ ਹੋਊਗਾ। ਇਹਦੇ ਲਈ ਜ਼ਰੂਰੀ ਹੈ ਕਿ ਉਹ ਪਾਰਲੀਮੈਂਟ ਯਾਨੀ ਕਿ ਸੰਸਦ ਦੀ ਪ੍ਰਵਾਨਗੀ ਲਵੇਗਾ। ਪ੍ਰਵਾਨਗੀ ਲੈਣ ਤੋਂ ਬਿਨਾਂ ਜਿਹੜਾ ਹੈ ਉਹ ਯੁੱਧ ਦੀ ਘੋਸ਼ਣਾ ਤੇ ਹਥਿਆਰਬੰਦ ਸੈਨਾ ਦੀ ਵਰਤੋਂ ਨਹੀਂ ਕਰ ਸਕਦਾ। ਇਹਦੇ ਲਈ ਜ਼ਰੂਰੀ ਹੈ ਕਿ ਉਹ ਸੰਸਦ ਯਾਨੀ ਕਿ ਲੋਕ ਸਭਾ ਤੇ ਰਾਜ ਸਭਾ ਦੋਨਾਂ ਤੋਂ ਮਿਲ ਕੇ ਜਿਹੜਾ ਕਹਿ ਸਕਦੇ ਐਕਟ ਪਾਸ ਹੋਵੇਗਾ, ਉਹਦੇ ਤਹਿਤ ਹੀ ਜਿਹੜੀ ਯੁੱਧ ਦੀ ਘੋਸ਼ਣਾ ਉਹ ਕੀਤੀ ਜਾਵੇਗੀ। ਇਹ ਜ਼ਰੂਰੀ ਹੈ, ਠੀਕ ਹੈ। ਬੇਸ਼ੱਕ ਇਹ ਸੈਨਾਪਤੀ ਹੈ ਪਰ ਫਿਰ ਵੀ ਇਸ ਨੂੰ ਸੰਸਦ ਤੋਂ ਪਰਮਿਸ਼ਨ ਲੈਣੀ ਪਵੇਗੀ। ਡਿਪਲੋਮੈਟਿਕ ਪਾਵਰ, ਕੂਟਨੀਤਿਕ ਸ਼ਕਤੀਆਂ, ਇਸ ਦੇ ਵਿੱਚ ਹੈ ਜਿਵੇਂ ਕਿ ਅੰਤਰਰਾਸ਼ਟਰੀ ਖੇਤਰ ਦੇ ਵਿੱਚ ਭਾਰਤ ਦੀ ਜਿਹੜੀ ਪ੍ਰਤੀਨਿਧਤਾ ਹੈ ਉਹ ਰਾਸ਼ਟਰਪਤੀ ਕਰਦਾ ਹੈ। ਰਾਸ਼ਟਰਪਤੀ ਦੇ ਨਾਮ ਦੇ ਉੱਪਰ ਹੀ ਸਾਰੇ ਸਮਝੌਤੇ ਹੁੰਦੇ ਹੈਗੇ ਆ ਕਿਉਂਕਿ ਇਹ ਕੇਂਦਰੀ ਪੁਆਇੰਟ ਹੈਗਾ ਗਾ। ਇਸ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਜਿਹੜੇ ਰਾਜਦੂਤ ਭੇਜੇ ਜਾਂਦੇ ਹੈਗੇ ਅੱਗੇ ਉਹਨਾਂ ਨੂੰ ਨਿਯੁਕਤ ਕਰਕੇ ਜਿਹੜਾ ਹੈ ਉਹ ਵੀ ਰਾਸ਼ਟਰਪਤੀ ਦੇ ਦੁਆਰਾ ਹੀ ਭੇਜੇ ਜਾਂਦੇ ਹੈਗੇ ਅੱਗੇ, ਕਿਉਂਕਿ ਅਕਸਰ ਰਾਸ਼ਟਰਪਤੀ ਦੇ ਨਾਮ ਦੇ ਉੱਪਰ ਹੀ ਦਸਤਕ ਵਗੈਰਾ ਹੁੰਦੇ ਹੈਗੇ ਆ। ਤਾਂ ਇਸ ਦੇ ਵਿੱਚ ਇਹ ਜ਼ਰੂਰੀ ਹੁੰਦਾ ਕਿ ਇਹਨਾਂ ਦੀ ਨਿਯੁਕਤੀ ਜਿਹੜੀ ਹੈ ਉਹ ਵੀ ਫਿਰ ਰਾਸ਼ਟਰਪਤੀ ਹੀ ਕਰੇ। ਵਿਦੇਸ਼ਾਂ ਦੇ ਨਾਲ ਸੰਧੀਆਂ ਅਤੇ ਸਮਝੌਤੇ ਜਿਹੜੇ ਨੇ ਇਹ ਵੀ ਰਾਸ਼ਟਰਪਤੀ ਦੇ ਨਾਮ ਦੇ ਉੱਪਰ ਹੀ ਹੁੰਦੇ ਹੈਗੇ ਨੇ, ਤੇ ਇਹ ਆਉਂਦੇ ਹੈਗੇ ਡਿਪਲੋਮੈਟਿਕ ਪਾਵਰ ਯਾਨੀ ਕਿ ਕੂਟਨੀਤਿਕ ਸ਼ਕਤੀਆਂ ਦੇ ਵਿੱਚ, ਜਿਸ ਦੇ ਵਿੱਚ ਰਾਸ਼ਟਰਪਤੀ ਜਿਹੜਾ ਹੈਗਾ ਆਪਣੇ ਨਾਮ ਦੇ ਉੱਪਰ ਮਤਲਬ ਸਮਝੌਤੇ ਵਗੈਰਾ ਕਰਦਾ ਹੈ। ਉਹ ਸਾਰਾ ਕੁਝ ਇਸ ਦੇ ਵਿੱਚ ਆ ਜਾਂਦਾ ਹੈ। ਕੋਈ ਵੀ ਸੰਧੀ ਹੁੰਦੀ ਹੈ, ਟਰੀਟੀ ਹੁੰਦੀ ਹੈ ਕਿਸੇ ਵਿਦੇਸ਼ ਦੇ ਨਾਲ, ਉਹ 'ਤੇ ਜ਼ਿਆਦਾਤਰ ਜਿਹੜੇ ਹੈਗੇ ਉਹ ਰਾਸ਼ਟਰਪਤੀ ਦੇ ਨਾਮ ਦੇ ਉੱਪਰ ਹੀ ਹੁੰਦੇ ਕਿਉਂਕਿ ਇਹ ਕਾਰਜਪਾਲਿਕਾ ਹੀ ਹੁੰਦੀ ਹੈਗੀ। ਇਸ ਤੋਂ ਇਲਾਵਾ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਜਿਹੜਾ ਸਬੰਧ ਹੈ, ਠੀਕ ਹੈ, ਉਹਦੇ ਲਈ ਵੀ ਜ਼ਰੂਰੀ ਹੈ ਕਿ ਜਿੰਨੇ ਵੀ ਯੂਨੀਅਨ ਟੈਰੀਟਰੀ ਹੈਗੀਆਂ ਉਹਨਾਂ ਸਾਰਿਆਂ ਦਾ ਜਿਹੜਾ ਪ੍ਰਬੰਧ ਹੈ ਉਹ ਰਾਸ਼ਟਰਪਤੀ ਦੇ ਨਾਮ ਦੇ ਉੱਪਰ ਹੀ ਚਲਾਇਆ ਜਾਂਦਾ ਹੈ, ਯਾਨੀ ਕਿ ਸਾਰਿਆਂ ਦਾ ਜਿਹੜਾ ਸ਼ਾਸਨ ਪ੍ਰਬੰਧ ਚੱਲਦਾ ਹੈ ਉਹ ਰਾਸ਼ਟਰਪਤੀ ਦੇ ਨਾਮ ਦੇ ਉੱਪਰ ਚੱਲਦਾ ਹੈ। ਸੋ ਇਸੇ ਕਰਕੇ ਇਹ ਯੂਨੀਅਨ ਟੈਰੀਟਰੀ ਦੇ ਵਿੱਚ ਜਿਹੜਾ ਕਹਿ ਸਕਦੇ ਹਾਂ ਆਪਾਂ ਕਿਸੇ ਤਰ੍ਹਾਂ ਦੀ ਮੁੱਖ ਮੰਤਰੀ ਨਹੀਂ ਹੁੰਦਾ ਅਤੇ ਨਾ ਹੀ ਜਿਹੜਾ ਹੈ ਰਾਜਪਾਲ ਹੁੰਦਾ ਹੈ, ਠੀਕ ਹੈ। ਸੋ ਇਹ ਰਾਸ਼ਟਰਪਤੀ ਦੇ ਉੱਪਰ ਡਿਪੈਂਡ ਕਰਦਾ ਹੈ ਕਿ ਉਹ ਰਾਜਪਾਲ ਨੂੰ ਨਿਯੁਕਤ ਕਰਨਾ ਚਾਹੁੰਦਾ ਹੈ ਜਾਂ ਨਹੀਂ ਕਰਨਾ ਚਾਹੁੰਦਾ। ਅਤੇ ਉਹਦੇ ਨਾਲ ਇਹ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਜਦੋਂ ਉਹ ਰਾਜਪਾਲ ਨੂੰ ਚੁਣੇਗਾ ਇੱਥੇ ਤਾਂ ਰਾਜਪਾਲ ਨਹੀਂ ਹੋਵੇਗਾ, ਅਕਸਰ ਇੱਥੇ ਉਪ ਰਾਜਪਾਲ ਦੀ ਵਿਵਸਥਾ ਹੁੰਦੀ ਹੈਗੀ ਆ ਸਾਰੀਆਂ ਹੀ ਯੂਨੀਅਨ ਟੈਰੀਟਰੀ ਦੇ ਵਿੱਚ, ਠੀਕ ਹੈ। ਉਪ ਰਾਜਪਾਲ ਦੀ ਵਿਵਸਥਾ ਕੀਤੀ ਗਈ ਹੁੰਦੀ ਹੈਗੀ ਨਾ ਕਿ ਰਾਜਪਾਲ ਦੀ। ਨੈਕਸਟ ਹੈ ਜੀ ਵਿਧਾਨਕ ਸ਼ਕਤੀਆਂ। ਇੱਥੋਂ ਬਹੁਤ ਸਾਰੇ ਕੁਐਸਚਨ ਬਣਨਗੇ ਤੁਹਾਡੇ। ਲੈਜਿਸਲੇਚਰ ਪਾਵਰਸ, ਲੈਜਿਸਲੇਚਰ ਪਾਵਰ ਦੇ ਵਿੱਚ ਆਰਟੀਕਲ ਕਾਫੀ ਜ਼ਿਆਦਾ ਇੰਪੋਰਟੈਂਟ ਰੋਲ ਅਦਾ ਕਰਦੇ ਹੈ। ਜਿਵੇਂ ਕਿ ਆਰਟੀਕਲ 80 ਦੇ ਵਿੱਚ ਕਿਹਾ ਗਿਆ ਹੈ ਕਿ ਰਾਜ ਸਭਾ ਦੇ ਵਿੱਚ 12 ਵਿਅਕਤੀਆਂ ਨੂੰ ਨੋਮੀਨੇਟ ਕੀਤਾ ਜਾਵੇਗਾ ਜੀ ਰਾਸ਼ਟਰਪਤੀ ਦੇ ਵੱਲੋਂ, ਜਿਨ੍ਹਾਂ ਕੋਲੇ ਸਾਹਿਤ ਨੂੰ ਲੈ ਕੇ, ਕਲਾ ਨੂੰ ਲੈ ਕੇ, ਵਿਗਿਆਨ ਨੂੰ ਲੈ ਕੇ ਅਤੇ ਸਮਾਜ ਸੇਵਾ ਦੇ ਵਿੱਚ ਕੋਈ ਵਿਸ਼ੇਸ਼ ਗਿਆਨ ਜਾਂ ਵਿਵਹਾਰਕ ਅਨੁਭਵ ਰਿਹਾ ਹੋਵੇ, ਉਹਨਾਂ ਨੂੰ ਜਿਹੜਾ ਹੈ ਰਾਸ਼ਟਰਪਤੀ ਰਾਜ ਸਭਾ ਦੇ ਵਿੱਚ ਨੋਮੀਨੇਟ ਕਰ ਸਕਦਾ ਹੈ। ਇਹ 12 ਮੈਂਬਰ ਹੁੰਦੇ ਹੈਗੇ ਆ ਅਤੇ ਇਹ ਵੀ ਯਾਦ ਰੱਖਣਾ ਹੈ ਕਿ ਇਹ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਹਿੱਸਾ ਨਹੀਂ ਲੈਂਦੇ ਹੁੰਦੇ, ਠੀਕ ਹੈ। ਰਾਸ਼ਟਰਪਤੀ ਦੀ ਚੋਣ ਦੇ ਵਿੱਚ ਹਿੱਸਾ ਨਹੀਂ ਲੈਂਦੇ ਹੁੰਦੇ, ਇਹ ਯਾਦ ਰੱਖਣਾ ਹੈ, ਵੈਰੀ ਇੰਪੋਰਟੈਂਟ, ਠੀਕ ਹੈ। ਹਿੱਸਾ ਨਹੀਂ ਲੈਂਦੇ ਕਿਉਂਕਿ ਰਾਸ਼ਟਰਪਤੀ ਦੁਆਰਾ ਚੁਣੇ ਗਿਆ ਤਾਂ ਸੁਭਾਵਿਕ ਜੀ ਗੱਲ ਹੈ ਕਿ ਜਿਹੜੇ ਵਿਅਕਤੀ ਨੇ ਚੁਣਿਆ ਹੈ ਤਾਂ ਉਹਦੇ ਪੱਖ ਦੇ ਵਿੱਚ ਇਹ ਜਾਣਗੇ, ਇਸ ਲਈ ਇਹਨਾਂ ਨੂੰ ਇਹ ਅਧਿਕਾਰ ਨਹੀਂ ਹੁੰਦਾ ਕਿ ਇਹ ਰਾਸ਼ਟਰਪਤੀ ਚੋਣ ਦੇ ਵਿੱਚ ਹਿੱਸਾ ਲੈ ਸਕਣ। ਬਾਕੀ ਜਿਹੜੇ 238 ਮੈਂਬਰ ਹੁੰਦੇ ਹੈਗੇ ਆ ਇਹ ਰਾਸ਼ਟਰਪਤੀ ਚੋਣ ਦੇ ਵਿੱਚ ਹਿੱਸਾ ਲੈਂਦੇ ਹੁੰਦੇ ਆ। ਆਰਟੀਕਲ 85 ਦੇ ਵਿੱਚ ਕਿਹਾ ਗਿਆ ਹੈ ਕਿ ਸੰਸਦ ਦਾ ਸੈਸ਼ਨ ਬੁਲਾਉਣਾ
ਅਤੇ ਮੁਲਤਵੀ ਕਰਨਾ ਤੇ ਭੰਗ ਕਰਨਾ ਇਹ ਰਾਸ਼ਟਰਪਤੀ ਦੇ ਕੋਲੇ ਸ਼ਕਤੀ ਹੈਗੀ ਹੈ ਕਿ ਉਹ ਸੈਸ਼ਨ ਨੂੰ ਬੁਲਾ ਸਕਦਾ ਹੈਗਾ ਗਾ, ਜੋ ਕਿ ਤਕਰੀਬਨ 6 ਮਹੀਨਿਆਂ ਦੇ ਅੰਤਰਾਲ ਦੇ ਨਾਲ ਬੁਲਾਉਂਦਾ ਹੀ ਬੁਲਾਉਂਦਾ ਹੈ, ਜਾਂ ਫਿਰ ਉਹ ਇਸ ਨੂੰ ਅੱਗੇ ਪਾ ਸਕਦਾ ਹੈ ਕਿਸੇ ਕਾਰਨ ਕਰਕੇ ਜਿਹਨੂੰ ਮੁਲਤਵੀ ਕਹਿ ਦਿੰਦੇ ਹੈਗੇ ਅੱਗੇ, ਜਾਂ ਫਿਰ ਉਹ ਸੰਸਦ ਦੇ ਇਸ ਸੈਸ਼ਨ ਨੂੰ ਭੰਗ ਵੀ ਕਰ ਸਕਦਾ ਕਿ ਇਸ ਸਮੇਂ ਦੇ ਉੱਪਰ ਜਿਹੜਾ ਸੰਸਦ ਦਾ ਸੈਸ਼ਨ ਨਹੀਂ ਹੋ ਸਕਦਾ, ਇਸ ਲਈ ਇਸ ਨੂੰ ਆਪਾਂ ਕੁਝ ਸਮੇਂ ਬਾਅਦ ਜਿਹੜਾ ਕਰ ਸਕਾਂਗੇ। ਇਹ ਆਰਟੀਕਲ 85 ਦੇ ਵਿੱਚ ਮੈਂਸ਼ਨ ਕੀਤਾ ਗਿਆ ਹੈਗਾ। ਓਕੇ, ਆਰਟੀਕਲ 87 ਹਰ ਆਮ ਚੋਣ ਤੋਂ ਬਾਅਦ ਪਹਿਲੇ ਸੈਸ਼ਨ ਦੀ ਸ਼ੁਰੂਆਤ, ਵੈਰੀ ਵੈਰੀ ਇੰਪੋਰਟੈਂਟ, ਪਹਿਲੇ ਸੈਸ਼ਨ ਦੀ ਸ਼ੁਰੂਆਤ ਅਤੇ ਹਰ ਸਾਲ ਦੇ ਪਹਿਲੇ ਸੈਸ਼ਨ ਦੀ ਸ਼ੁਰੂਆਤ ਦੇ ਵਿੱਚ ਰਾਸ਼ਟਰਪਤੀ ਸੰਸਦ ਦੇ ਦੋਨਾਂ ਸਦਨਾਂ ਦੇ ਸਾਂਝੇ ਇਜਲਾਸ ਨੂੰ ਸੰਬੋਧਨ ਕਰਦਾ ਹੈ ਅਤੇ ਭਾਸ਼ਣ ਦਿੰਦਾ ਹੈ। ਠੀਕ ਹੈ, ਸੰਬੋਧਨ ਕਰਨਾ ਮਤਲਬ ਭਾਸ਼ਣ ਦਿੰਦਾ ਹੈ। ਤਾਂ ਯਾਦ ਰੱਖਣਾ ਹੈ, ਜਦੋਂ ਕੋਈ ਤੇ ਨਵੀਆਂ ਚੋਣਾਂ ਹੁੰਦੀਆਂ ਨੇਗੀਆਂ, ਉਸੇ ਸਮੇਂ ਦੇ ਉੱਪਰ ਜਿਹੜੀ ਪਹਿਲੀ ਲੋਕ ਸਭਾ ਹੁੰਦੀ ਹੈਗੀ ਸੰਸਦ ਦੀ, ਉਹਦੇ ਵਿੱਚ ਪਹਿਲਾ ਭਾਸ਼ਣ ਹਮੇਸ਼ਾ ਜਿਹੜਾ ਹੈ ਉਹ ਰਾਸ਼ਟਰਪਤੀ ਦਿੰਦਾ ਹੈ। ਅਤੇ ਇਸ ਤੋਂ ਇਲਾਵਾ ਹਰ ਸਾਲ, ਇੱਕ ਤਾਂ 5 ਸਾਲਾਂ ਬਾਅਦ ਹੋ ਗਿਆ, ਠੀਕ ਹੈ, ਇੱਕ ਹੁੰਦਾ ਹੈ ਹਰ ਸਾਲ ਸੈਸ਼ਨ ਜਦੋਂ ਸ਼ੁਰੂ ਹੁੰਦਾ ਨਵੇਂ ਸਾਲ ਤੋਂ, ਤਾਂ ਉਸ ਸੈਸ਼ਨ ਦੀ ਸ਼ੁਰੂਆਤ ਵੀ ਰਾਸ਼ਟਰਪਤੀ ਦੇ ਭਾਸ਼ਣ ਦੇ ਨਾਲ ਹੀ ਸ਼ੁਰੂ ਹੁੰਦੀ ਹੈ, ਸਾਂਝੇ ਇਜਲਾਸ ਦੇ ਰੂਪ ਦੇ ਵਿੱਚ ਹੁੰਦੀ ਹੈ। ਇਹ ਆਰਟੀਕਲ 87 ਦੇ ਵਿੱਚ ਮੈਂਸ਼ਨ ਕੀਤਾ ਗਿਆ ਹੈਗਾ। ਆਰਟੀਕਲ 86, ਆਰਟੀਕਲ 86 ਦੇ ਵਿੱਚ ਹੈ ਕਿ ਜੇਕਰ ਰਾਸ਼ਟਰਪਤੀ ਢੁਕਵਾਂ ਸਮਝਦਾ ਹੈ ਤਾਂ ਉਹ ਕਿਸੇ ਵੀ ਬਿੱਲ ਬਾਰੇ ਸੰਸਦ ਦੇ ਦੋਵਾਂ ਸਦਨਾਂ ਨੂੰ ਸੰਦੇਸ਼ ਭੇਜ ਸਕਦਾ ਹੈ, ਅਤੇ ਜੇਕਰ ਉਹ ਚਾਹੇ ਤਾਂ ਸਦਨ ਨੂੰ ਕੋਈ ਵੀ ਹੋਰ ਸੁਨੇਹਾ ਵੀ ਭੇਜ ਸਕਦਾ, ਮਤਲਬ ਹੋਰ ਵੀ ਕਿਸੇ ਤਰ੍ਹਾਂ ਦਾ ਕੋਈ ਸੁਨੇਹਾ। ਦੋਹਾਂ ਸਥਿਤੀਆਂ ਦੇ ਵਿੱਚ ਸਦਨ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਇਸ ਦੀ ਜਿੰਨੀ ਜਲਦੀ ਹੋ ਸਕੇ ਉਸ ਦੇ ਉੱਪਰ ਵਿਚਾਰ ਕਰਕੇ ਰਾਸ਼ਟਰਪਤੀ ਨੂੰ ਆਪਣੀ ਰਿਪੋਰਟ ਜਿਹੜੀ ਹੈ ਉਹ ਸਬਮਿਟ ਕਰੇ। ਮਤਲਬ ਕਿ ਰਾਸ਼ਟਰਪਤੀ ਜਿਹੜਾ ਹੈਗਾ ਉਹ ਕਿਸੇ ਵੀ ਬਿੱਲ ਨੂੰ ਲੈ ਕੇ ਜਾਂ ਕਿਸੇ ਵੀ ਤਰ੍ਹਾਂ ਦੀ ਰਾਏ ਨੂੰ ਲੈ ਕੇ ਆਪਣਾ ਇੱਕ ਮੈਸੇਜ ਜਿਹੜਾ ਹੈ ਉਹ ਸੰਸਦ ਦੇ ਦੋਨਾਂ ਸਦਨਾਂ ਨੂੰ ਭੇਜ ਸਕਦਾ ਹੈ, ਤੇ ਉਹਦੇ ਪ੍ਰਤੀ ਐਕਸ਼ਨ ਲੈ ਕੇ ਉਹਦਾ ਰਿਪਲਾਈ ਕਰਨਾ ਜ਼ਰੂਰੀ ਹੁੰਦਾ ਹੈ ਸਦਨ ਦੇ ਮੈਂਬਰਾਂ ਦੇ ਲਈ। ਓਕੇ, ਆਰਟੀਕਲ 108 ਤਕਰੀਬਨ ਬਹੁਤ ਸਾਰਾ ਜਿਹੜਾ ਇਹ ਐਗਜ਼ਾਮ ਦੇ ਵਿੱਚ ਆਉਂਦਾ ਹੈ, ਸਾਰਿਆਂ ਨੂੰ ਤਕਰੀਬਨ ਪਤਾ ਹੈ ਤੁਹਾਨੂੰ। ਦੋਵਾਂ ਸਦਨਾਂ ਦੀ ਸਾਂਝੀ ਬੈਠਕ, ਠੀਕ ਹੈ, ਦੋਨਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਬੁਲਾਉਂਦਾ ਹੈ ਜੀ ਰਾਸ਼ਟਰਪਤੀ, ਆਰਟੀਕਲ 108 ਦੇ ਤਹਿਤ। ਇਹ ਤਾਂ ਹੁੰਦਾ ਹੈ ਜਦੋਂ ਕਿਤੇ ਦੋਨਾਂ ਸਦਨਾਂ ਦੇ ਵਿੱਚ ਕੋਈ ਮਤਭੇਦ ਹੋ ਜਾਂਦਾ ਹੈ ਕਿਸੇ ਬਿੱਲ ਨੂੰ ਲੈ ਕੇ, ਜਿਵੇਂ ਕਿ ਲੋਕ ਸਭਾ ਨੇ ਕਿਸੇ ਬਿੱਲ ਨੂੰ ਪਾਸ ਕਰ ਦਿੱਤਾ, ਬਟ ਜਿਹੜੇ ਰਾਜ ਸਭਾ ਹੈ ਉਹ ਉਸ ਦੇ ਨਾਲ ਸਹਿਮਤ ਨਹੀਂ ਹੈਗੀ, ਪਰ ਲੋਕ ਸਭਾ ਉਸ ਬਿੱਲ ਨੂੰ ਪਾਸ ਕਰਾਉਣਾ ਚਾਹੁੰਦੀ ਹੈ। ਤਾਂ ਇਸ ਸਥਿਤੀ ਦੇ ਵਿੱਚ ਦੋਨਾਂ ਦੇ ਵਿੱਚ ਜਿਹੜਾ ਹੈ ਸਮਝੌਤਾ ਕਰਾਉਣ ਦੇ ਲਈ ਰਾਸ਼ਟਰਪਤੀ ਆਰਟੀਕਲ 108 ਦਾ ਇਸਤੇਮਾਲ ਕਰਦੇ ਹੋਏ ਦੋਨਾਂ ਸਦਨਾਂ ਦੀ ਸਾਂਝੀ ਬੈਠਕ ਜਿਹੜੀ ਹੈ ਉਹ ਬੁਲਾ ਸਕਦਾ ਹੈ। ਠੀਕ ਹੈ, ਸੋ ਇਹ ਇਸ ਦੇ ਵਿੱਚ ਜ਼ਰੂਰੀ ਹੈਗਾ। ਇਸ ਤੋਂ ਇਲਾਵਾ ਆਰਟੀਕਲ 112 ਦੇ ਵਿੱਚ ਮੈਂਸ਼ਨ ਕੀਤਾ ਗਿਆ ਹੈ ਬਜਟ ਜਾਂ ਸਾਲਾਨਾ ਵਿੱਤੀ ਰਿਪੋਰਟ ਜਿਹੜੀ ਹੈ, ਸਟੇਟਮੈਂਟ ਜਿਹਨੂੰ ਆਪਾਂ ਰਿਪੋਰਟ ਕਹਿ ਦਿੰਦੇ ਹੈਗੇ ਜਾਂ ਬਿੱਲ ਵੀ ਕਹਿ ਸਕਦੇ ਹੋ। ਠੀਕ ਹੈ, ਕੋਈ ਇਸ਼ੂ ਨਹੀਂ ਹੈਗਾ, ਬਿੱਲ ਵੀ ਕਹਿ ਸਕਦੇ ਹੋ ਜਾਂ ਸਟੇਟਮੈਂਟ ਵੀ। ਤਾਂ ਉਹਦੇ ਆਧਾਰ ਦੇ ਉੱਪਰ ਜਿਹੜਾ ਹੈ ਇਸ ਦੀ ਵਿਵਸਥਾ ਵੀ ਉਹ ਆਰਟੀਕਲ 112 ਦੇ ਵਿੱਚ ਹੈ, ਅਤੇ ਇਹ ਸ਼ਕਤੀ ਵੀ ਰਾਸ਼ਟਰਪਤੀ ਨੂੰ ਹੀ ਦਿੱਤੀ ਗਈ ਹੈ ਕਿ ਉਹ ਸਾਲਾਨਾ ਵਿੱਤੀ ਬਜਟ ਜਿਹੜਾ ਹੈ ਉਹ ਤਿਆਰ ਕਰਾਵੇ। ਅਤੇ ਇਹ ਵਿੱਤੀ ਬਜਟ ਜਿਹੜਾ ਹੈ ਉਹ ਹਮੇਸ਼ਾ ਵਿੱਤ ਮੰਤਰੀ ਕਰਦਾ ਹੁੰਦਾ, ਅਤੇ ਤਿਆਰ ਇਸ ਨੂੰ ਹਮੇਸ਼ਾ ਰਾਸ਼ਟਰਪਤੀ ਕਰਾਉਂਦਾ ਹੁੰਦਾ ਹੈ। ਆਰਟੀਕਲ 151 ਦੇ ਤਹਿਤ ਕੰਪਟਰੋਲਰ ਤੇ ਐਡੀਟਰ ਜਨਰਲ ਦੀ ਰਿਪੋਰਟ ਨੂੰ ਜਿਹੜਾ ਹੈ ਜ਼ਿਕਰ ਕੀਤਾ ਗਿਆ ਹੈ ਕਿ ਕੰਪਟਰੋਲਰ ਤੇ ਐਡੀਟਰ ਜਨਰਲ ਜਿਹੜਾ ਹੈਗਾ ਉਹ ਆਪਣੀ ਰਿਪੋਰਟ ਬਣਾ ਕੇ ਰਾਸ਼ਟਰਪਤੀ ਨੂੰ ਸਬਮਿਟ ਕਰੇਗਾ ਜਾਂ ਉਸ ਤੋਂ ਰਿਪੋਰਟ ਮੰਗ ਸਕਦਾ ਹੈ ਰਾਸ਼ਟਰਪਤੀ। ਇਹ ਆਰਟੀਕਲ 151 ਦੇ ਵਿੱਚ ਹੈ। ਆਰਟੀਕਲ 281 ਦੇ ਵਿੱਚ ਵਿੱਤ ਕਮਿਸ਼ਨ ਦੀਆਂ ਸਿਫਾਰਸ਼ਾਂ ਦੀ ਗੱਲ ਕੀਤੀ ਹੈਗੀ, ਰეკਮੈਂਡੇਸ਼ਨ ਦੀ ਗੱਲ ਕੀਤੀ ਗਈ ਹੈਗੀ ਕਿ ਵਿੱਤ ਕਮਿਸ਼ਨ ਨੂੰ ਲੈ ਕੇ ਰਾਸ਼ਟਰਪਤੀ ਜਿਹੜੇ ਰეკਮੈਂਡੇਸ਼ਨ ਜਿਹੜੀਆਂ ਨੇ ਉਸ ਨੂੰ ਐਕਸੈਪਟ ਕਰ ਸਕਦਾ ਹੈ ਜਾਂ ਉਸ ਤੋਂ ਮੰਗਵਾ ਸਕਦਾ ਹੈ। ਸੋ ਠੀਕ ਹੈ, ਮਤਲਬ ਸਿਫਾਰਸ਼ਾਂ ਮੰਗ ਸਕਦਾ ਹੈ। ਇਹ ਆਰਟੀਕਲ 281 ਦੇ ਵਿੱਚ ਹੈ। 280 ਦੇ ਵਿੱਚ ਮੈਂਸ਼ਨ ਕੀਤਾ ਗਿਆ ਵਿੱਤ ਕਮਿਸ਼ਨ ਨੂੰ, ਜਿਹਨੂੰ ਕਿ ਰਾਸ਼ਟਰਪਤੀ ਹੀ ਨਿਯੁਕਤ ਕਰਦਾ ਹੈਗਾ, ਬਟ ਸਿਫਾਰਸ਼ਾਂ ਦੀ ਗੱਲ 281 ਦੇ ਵਿੱਚ ਹੈ। ਓਕੇ, ਆਰਟੀਕਲ 323 ਸੰਘ ਲੋਕ ਸੇਵਾ ਕਮਿਸ਼ਨ, ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਸਾਲਾਨਾ ਰਿਪੋਰਟ ਮੰਗ ਸਕਦਾ ਹੈ ਰਾਸ਼ਟਰਪਤੀ ਇਹਨਾਂ ਤੋਂ, ਠੀਕ ਹੈ, ਜੋ ਕਿ ਯੂਨੀਅਨ ਲੈਵਲ ਦੇ ਉੱਪਰ ਕੰਮ ਕਰਦੇ ਹੈਗੇ। ਆਰਟੀਕਲ 331 ਦੇ ਵਿੱਚ ਐਂਗਲੋ ਇੰਡੀਅਨ ਭਾਈਚਾਰੇ ਦੀ ਲੋਕ ਸਭਾ ਦੇ ਵਿੱਚ ਢੁਕਵੀਂ ਪ੍ਰਧਾ ਨਹੀਂ ਹੁੰਦੀ, ਤਾਂ ਉਸ ਸਥਿਤੀ ਦੇ ਵਿੱਚ ਇਹ 2 ਐਂਗਲੋ ਇੰਡੀਅਨ ਮੈਂਬਰ ਜਿਹੜੇ ਹੈ ਉਹ ਲੋਕ ਸਭਾ ਦੇ ਵਿੱਚ ਨਾਮਜ਼ਦ ਕਰ ਸਕਦਾ ਹੈਗਾ। ਪਰ ਯਾਦ ਰੱਖਣਾ ਹੈ ਕਿ ਆਰਟੀਕਲ 104 ਨੰਬਰ 100 ਦੇ ਥਰੂ ਜਿਹੜਾ ਹੈਗਾ ਇਸ ਨੂੰ ਹੁਣ ਹਟਾ ਦਿੱਤਾ ਗਿਆ ਹੈਗਾ, ਜੋ ਕਿ 25 ਜਨਵਰੀ 2020 ਦੀ ਗੱਲ ਹੈ। ਸੋ ਇਸ ਦਿਨ ਜਿਹੜਾ ਹੈ ਇਹ 2 ਐਂਗਲੋ ਇੰਡੀਅਨ ਮੈਂਬਰ ਰਿਮੂਵ ਕਰ ਦਿੱਤੇ ਨੇ। ਹੁਣ ਇਹ ਆਰਟੀਕਲ 331 ਵਾਲਾ ਜਿਹੜਾ ਹੈ ਉਹ ਕੰਮ ਨਹੀਂ ਕਰ ਰਿਹਾ ਹੈਗਾ। ਠੀਕ ਹੈ, ਮਤਲਬ ਕਿ 2 ਮੈਂਬਰ ਜਿਹੜਾ ਰਾਸ਼ਟਰਪਤੀ ਉਹ ਨਹੀਂ ਚੁਣਦਾ ਹੈਗਾ, ਪਹਿਲਾਂ ਹੀ ਹੁੰਦਾ ਸੀਗਾ। ਠੀਕ ਹੈ, ਇਹ ਹੁਣ ਕਿਉਂ ਰਿਮੂਵ ਕਰ ਦਿੱਤੇ? ਕਿਉਂਕਿ ਇਹ 70 ਸਾਲਾਂ ਬਾਅਦ ਰਿਮੂਵ ਕਰਨੇ ਸੀਗੇ। ਇਹ ਆਰਟੀਕਲ 232 ਦੇ ਵਿੱਚ ਮੈਂਸ਼ਨ ਕੀਤਾ ਗਿਆ ਸੀਗਾ। ਸੋ ਉਸ ਦੇ ਅਕੋਰਡਿੰਗ ਇਹ ਕਿਹਾ ਗਿਆ ਹੈ ਕਿ 70 ਸਾਲ ਪੂਰੇ ਹੋਣ ਦੇ ਉੱਪਰ 2 ਐਂਗਲੋ ਇੰਡੀਅਨ ਮੈਂਬਰ ਰਿਮੂਵ ਕਰ ਦਿੱਤੇ ਜਾਣਗੇ, ਜੋ ਕਿ ਆਰਟੀਕਲ 331 ਦੇ ਵਿੱਚ ਸੀ। ਇਸ ਕਰਕੇ 2020 ਦੇ ਵਿੱਚ ਇਹ 70 ਸਾਲ ਪੂਰੇ ਹੋ ਗਏ ਸੀ, ਇਸ ਕਾਰਨ ਕਰਕੇ ਇਹਨਾਂ ਨੇ ਇਹ ਰਿਮੂਵ ਕਰ ਦਿੱਤੇ ਸੀਗੇ।
ओके। नैक्सट है आर्टिकल 340, इस दे तहत पछड़ियां श्रेणियां दे लई राष्ट्रीय कमीशन की रिपोर्ट मंग सकता है जी राष्ट्रपति, ये आर्टिकल 340 दे विच है, ठीक है। नैक्सट है आर्टिकल 338, इस दे तहत अनुसूचित जातियों के लिए राष्ट्रीय कमीशन की रिपोर्ट जिहड़ी है वो मंग सकता है जी राष्ट्रपति। इस तो इलावा आर्टिकल 338 ए दे विच अनुसूचित कबीलियां के लिए राष्ट्रीय कमीशन की रिपोर्ट की डिमांड कर सकता है। इत्थे अनुसूचित जातियां ने ते इत्थे अनुसूचित कबीले ने, ठीक है। इत्थे ट्राइब्स है नीचे वाले दे विच, उपरले दे विच जिहड़ा है कास्ट की गल कीती गई है। आर्टिकल 3 के अनुसार नवे राज्यां की सिरजना कर सकता है, नਵੇਂ ਰਾਜਾਂ ਦੀ ਸਿਰਜਣਾ ਅਤੇ ਮੌਜੂਦਾ ਰਾਜਾਂ ਦੇ ਖੇਤਰਾਂ ਦੇ ਵਿੱਚ, ਸੀਮਾਵਾਂ ਦੇ ਵਿੱਚ ਤੇ ਨਾਵਾਂ ਨੂੰ ਬਦਲਣ ਦੇ ਲਈ ਕੋਈ ਵੀ ਬਿੱਲ ਰਾਸ਼ਟਰਪਤੀ ਦੀ ਅਗਾਊਂ ਇਜਾਜ਼ਤ, ਯਾਨੀ ਕਿ ਪਹਿਲਾਂ ਪਰਮਿਸ਼ਨ ਤੋਂ ਬਿਨਾਂ ਸੰਸਦ ਦੇ ਵਿੱਚ ਪੇਸ਼ ਨਹੀਂ ਕੀਤਾ ਜਾਊਗਾ, ਠੀਕ ਹੈ। ਮਤਲਬ ਕਿ ਜ਼ਰੂਰੀ ਹੈ ਕਿ ਜਦੋਂ ਕਿਸੇ ਨਵੇਂ ਰਾਜ ਨੂੰ ਬਣਾਉਣਾ ਹੈ, ਕ੍ਰੀਏਟ ਕਰਨਾ ਹੈ, ਉਹਦੇ ਮੌਜੂਦਾ ਖੇਤਰ ਦੇ ਵਿੱਚ ਕੋਈ ਵਾਧਾ ਘਾਟਾ ਕਰਨਾ ਹੈ, ਚਾਹੇ ਉਹ ਸੀਮਾਵਾਂ ਨੇ, ਚਾਹੇ ਉਹ ਨਾਮ ਬਦਲਣ ਦੀ ਗੱਲ ਹੈ, ਤਾਂ ਇਸ ਦੇ ਲਈ ਰਾਸ਼ਟਰਪਤੀ ਨੂੰ ਪਹਿਲਾਂ ਜਿਹੜਾ ਹੈ ਪੁੱਛਣਾ ਪਵੇਗਾ ਕਿ ਅਸੀਂ ਇਸ ਤਰ੍ਹਾਂ ਦੀ ਜਿਹੜੀ ਚੇਂਜਸ ਕਰਨਾ ਚਾਹੁੰਦੇ ਹਾਂ ਉਹਦੀ ਪਰਮਿਸ਼ਨ ਲੈਣੀ ਪਵੇਗੀ, ਫਿਰ ਉਹ ਬਿੱਲ ਜਿਹੜਾ ਹੈ ਸੰਸਦ ਦੇ ਵਿੱਚ ਪੇਸ਼ ਕੀਤਾ ਜਾਊਗਾ। ਇਹ ਆਰਟੀਕਲ 3 ਦੇ ਵਿੱਚ ਹੈਗਾ ਗਾ। ਨੈਕਸਟ ਹੈ ਆਰਟੀਕਲ 117 ਧਾਰਾ 1, ਕੋਈ ਵੀ ਧਨ ਬਿੱਲ ਸੰਸਦ ਦੇ ਵਿੱਚ ਰਾਸ਼ਟਰਪਤੀ ਦੀ ਸਿਫਾਰਿਸ਼ ਤੇ ਹੀ ਪੇਸ਼ ਕੀਤਾ ਜਾਵੇਗਾ। ਕੋਈ ਵੀ ਧਨ ਬਿੱਲ ਰਾਸ਼ਟਰਪਤੀ ਦੀ ਸਿਫਾਰਿਸ਼ ਤੇ ਹੀ ਪੇਸ਼ ਕੀਤਾ ਜਾਵੇਗਾ। ਰਾਸ਼ਟਰਪਤੀ ਕੋਲ ਸੰਸਦ ਦੇ ਦੋਨਾਂ ਸਦਨਾਂ ਦੁਆਰਾ ਪਾਸ ਕੀਤੇ ਗਏ ਬਿੱਲਾਂ ਨੂੰ ਮਨਜ਼ੂਰੀ ਦੇਣ ਅਤੇ ਰੋਕਣ ਦੀ ਸ਼ਕਤੀ ਹੈ। ਜੇ ਉਹ ਇਜਾਜ਼ਤ ਨੂੰ ਰੋਕਦਾ ਹੈ ਤਾਂ ਉਸ ਸ਼ਕਤੀ ਨੂੰ ਕਿਹਾ ਜਾਂਦਾ ਹੈ ਵੀਟੋ ਪਾਵਰ। ਵੀਟੋ ਪਾਵਰ ਦਾ ਪੂਰਾ ਟੌਪਿਕ ਆਪਾਂ ਨੈਕਸਟ ਪਾਰਟ ਦੇ ਵਿੱਚ ਡਿਸਕਸ ਕਰਾਂਗੇ। ਇਹ 'ਚ ਸਿਰਫ ਇਕੱਲੇ ਫੰਕਸ਼ਨਸ ਦੀ ਹੀ ਗੱਲ ਕਰਾਂਗੇ ਆਪਾਂ, ਓਕੇ। ਯਾਨੀ ਕਿ ਵੀਟੋ ਪਾਵਰ ਦੇ ਥਰੂ ਕਿਸੇ ਵੀ ਬਿੱਲ ਨੂੰ ਇਹ ਰੋਕ ਸਕਦਾ ਹੈਗਾ। ਆਰਟੀਕਲ 123 ਦੇ ਤਹਿਤ ਹੈ ਕਿ ਰਾਸ਼ਟਰਪਤੀ ਨੂੰ ਕਿਸੇ ਵਿਸ਼ੇਸ਼ ਵਿਧਾਨਕ ਸ਼ਕਤੀ ਦਿੱਤੀ ਗਈ ਹੈ, ਇੱਕ ਵਿਸ਼ੇਸ਼ ਵਿਧਾਨਕ ਸ਼ਕਤੀ ਦਿੱਤੀ ਗਈ ਹੈ ਜਿਸ ਨੂੰ ਕਿ ਆਰਡੀਨੈਂਸ ਕਿਹਾ ਜਾਂਦਾ ਹੈਗਾ, ਯਾਨੀ ਕਿ ਆਰਡੀਨੈਂਸ ਜਾਰੀ ਕਰਨ ਦੀ ਸ਼ਕਤੀ ਦਿੱਤੀ ਗਈ ਹੈ, ਜਿਸ ਦੇ ਤਹਿਤ ਜਦੋਂ ਸੰਸਦ ਦੇ ਸੈਸ਼ਨ ਨਾ ਹੋ ਰਹੇ ਹੋਣ, ਬੈਠਕਾਂ ਨਾ ਹੋ ਰਹੀਆਂ ਹੋਣ, ਪਰ ਮੌਜੂਦਾ ਸਮੇਂ ਦੇ ਵਿੱਚ ਕਿਸੇ ਕਾਨੂੰਨ ਦੀ ਜ਼ਰੂਰਤ ਪੈ ਜਾਵੇ ਤਾਂ ਉੱਥੇ ਰਾਸ਼ਟਰਪਤੀ 123 ਨੰਬਰ ਆਰਟੀਕਲ ਦਾ ਇਸਤੇਮਾਲ ਕਰਦੇ ਹੋਏ ਆਰਡੀਨੈਂਸ ਜਾਰੀ ਕਰ ਸਕਦਾ ਹੈ। ਇਸ ਤੋਂ ਇਲਾਵਾ ਰਾਸ਼ਟਰਪਤੀ ਨੂੰ ਲੋਕ ਸਭਾ ਨੂੰ ਸਮੇਂ ਤੋਂ ਪਹਿਲਾਂ ਭੰਗ ਕਰਨ ਦੀ ਸ਼ਕਤੀ ਜਿਹੜੀ ਦਿੱਤੀ ਗਈ ਹੈ, ਰਾਸ਼ਟਰਪਤੀ ਉਸ ਨੂੰ ਸਮੇਂ ਤੋਂ ਪਹਿਲਾਂ ਵੀ ਭੰਗ ਕਰ ਸਕਦਾ ਹੈ। ਜਿਵੇਂ ਕਿ 4 ਦਸੰਬਰ 1997 ਨੂੰ ਰਾਸ਼ਟਰਪਤੀ KR ਨਰੈਣਾ ਨੇ ਪ੍ਰਧਾਨ ਮੰਤਰੀ ਗੁਜਰਾਲ ਦੇ ਮੰਤਰੀ ਮੰਡਲ ਦੀ ਸਲਾਹ ਦੇ ਅਨੁਸਾਰ 18 ਮਹੀਨੇ ਮਗਰੋਂ 11ਵੀਂ ਲੋਕ ਸਭਾ ਨੂੰ ਭੰਗ ਕਰ ਦਿੱਤਾ ਸੀਗਾ, ਠੀਕ ਹੈ। ਪ੍ਰਧਾਨ ਮੰਤਰੀ ਗੁਜਰਾਲ ਦੀ ਸਿਫਾਰਿਸ਼ ਦੇ ਉੱਪਰ, ਠੀਕ ਹੈ, ਉਹਦੀ ਮੰਤਰੀ ਮੰਡਲ ਦੀ ਸਿਫਾਰਿਸ਼ ਦੇ ਉੱਪਰ। ਦੂਜੀ ਹੈ ਜੀ 26 ਅਪ੍ਰੈਲ 1999, ਇਸ ਦਿਨ ਰਾਸ਼ਟਰਪਤੀ KR ਨਰੈਣਾ ਨੇ 12ਵੀਂ ਲੋਕ ਸਭਾ ਨੂੰ 13.5 ਮਹੀਨਿਆਂ ਤੋਂ ਮਗਰੋਂ ਵਾਜਪਾਈ ਦੀ ਮੰਤਰੀ ਮੰਡਲ ਨੂੰ ਜਿਹੜਾ ਹੈ ਭੰਗ ਕਰਨ ਦੀ ਜਿਹੜੇ ਕਹਿ ਸਕਦੇ ਹਾਂ ਸਿਫਾਰਿਸ਼ ਕੀਤੀ ਗਈ ਸੀ, ਤੇ ਇਸ ਤਰੀਕੇ ਨਾਲ ਇਸ ਨੂੰ ਭੰਗ ਕਰ ਦਿੱਤਾ ਸੀ 12ਵੀਂ ਲੋਕ ਸਭਾ ਨੂੰ। ਤੀਸਰੀ ਵਾਰੀ ਹੋਇਆ ਜੀ ਫਰਵਰੀ 2004 ਦੇ ਵਿੱਚ, 6 ਫਰਵਰੀ 2004 ਨੂੰ ਡਾਕਟਰ APJ ਅਬਦੁਲ ਕਲਾਮ ਦੇ ਦੁਆਰਾ ਪ੍ਰਧਾਨ ਮੰਤਰੀ ਵਾਜਪਾਈ ਦੀ ਸਲਾਹ ਤੇ 13ਵੀਂ ਲੋਕ ਸਭਾ ਦੇ ਉਸ ਦੇ ਨਿਸ਼ਚਿਤ ਕਾਰਜਕਾਲ ਤੋਂ 8 ਮਹੀਨੇ ਪਹਿਲਾਂ ਹੀ ਭੰਗ ਕਰ ਦਿੱਤਾ ਸੀ। ਸੋ ਇਹ ਵੀ ਇੱਕ ਐਗਜ਼ਾਮਪਲ ਜਿਹੜੀਆਂ ਉਹ ਹੈਗੀਆਂ ਨੇਗੀਆਂ, ਠੀਕ ਹੈ। ਸੋ ਇਹ ਕੁਝ ਪ੍ਰਮੁੱਖ ਜਿਹੜੀਆਂ ਲੋਕ ਸਭਾ ਨੇ ਜਿਹੜੀਆਂ ਕਿ ਰਾਸ਼ਟਰਪਤੀ ਦੇ ਦੁਆਰਾ ਸਮੇਂ-ਸਮੇਂ ਦੇ ਉੱਪਰ ਭੰਗ ਹੁੰਦੀਆਂ ਰਹੀਆਂ। ਪਹਿਲੀ 1997 ਦੇ ਵਿੱਚ KR ਨਰੈਣਾ ਨੇ ਪ੍ਰਧਾਨ ਮੰਤਰੀ ਗੁਜਰਾਲ ਦੇ ਜਿਹੜਾ ਹੈ ਮੰਤਰੀ ਮੰਡਲ ਦੀ ਸਿਫਾਰਿਸ਼ ਦੇ ਉੱਪਰ ਸੀ, ਅਤੇ 1999 ਦੇ ਵਿੱਚ ਦੂਜੀ ਵਾਰ ਇਹ ਵੀ KR ਨਰੈਣਾ ਰਾਸ਼ਟਰਪਤੀ ਦੇ ਸਮੇਂ ਸੀ, ਤੇ 12ਵੀਂ ਲੋਕ ਸਭਾ ਸੀਗੀ, ਅਤੇ 13.5 ਮਹੀਨਿਆਂ ਬਾਅਦ ਇਸ ਨੂੰ ਜਿਹੜਾ ਹੈ ਰਿਮੂਵ ਕਰ ਦਿੱਤਾ ਗਿਆ ਸੀਗਾ। ਅਤੇ ਇਸ ਤੋਂ ਬਾਅਦ ਹੈ 2004 ਦੇ ਵਿੱਚ ਰਾਸ਼ਟਰਪਤੀ ਡਾਕਟਰ APJ ਅਬਦੁਲ ਕਲਾਮ ਦੇ ਸਮੇਂ ਦੇ ਵਿੱਚ ਇਹ 13ਵੀਂ ਲੋਕ ਸਭਾ ਜੋ ਨਿਸ਼ਚਿਤ ਕਾਰਜਕਾਲ ਤੋਂ ਪਹਿਲਾਂ ਭੰਗ ਕਰ ਦਿੱਤੀ ਸੀ। ਅੱਛਾ, ਸੌਖਾ ਇਸ ਨੂੰ ਯਾਦ ਕਰਨ ਦਾ ਤਰੀਕਾ ਹੈ ਕਿ ਇਹ ਤਿੰਨੋਂ ਹੀ ਇਕੱਠੀਆਂ ਨੇ, 11ਵੀਂ 12ਵੀਂ ਅਤੇ 13ਵੀਂ। 11ਵੀਂ 12ਵੀਂ 13ਵੀਂ ਤਿੰਨਾਂ ਦਾ ਹੀ ਕਾਰਜਕਾਲ ਸਮੇਂ ਤੋਂ ਪਹਿਲਾਂ ਭੰਗ ਕਰ ਦਿੱਤਾ ਗਿਆ ਸੀਗਾ, ਤਾਂ ਇਸ ਤਰੀਕੇ ਨਾਲ ਤੁਸੀਂ ਇਸ ਨੂੰ ਆਸਾਨੀ ਨਾਲ ਯਾਦ ਰੱਖ ਸਕਦੇ ਹੈਗੇ ਹੋ। ਨੈਕਸਟ ਹੈ ਜੀ ਅਧਿਆਦੇਸ਼ ਜਾਰੀ ਕਰਨਾ। ਇਹ ਆਪਾਂ ਵੈਸੇ ਪੁਆਇੰਟ ਪਹਿਲਾਂ ਡਿਸਕਸ ਕਰ ਚੁੱਕੇ ਹਾਂ। ਸੋ ਆਰਟੀਕਲ 123 ਦੇ ਅਧੀਨ ਆਰਡੀਨੈਂਸ ਕਰਨ ਦੀ ਸ਼ਕਤੀ ਰਾਸ਼ਟਰਪਤੀ ਨੂੰ ਦਿੱਤੀ ਗਈ ਹੈਗੀ। ਜਦੋਂ ਸੰਸਦ ਦਾ ਇਜਲਾਸ ਨਾ ਹੋ ਰਿਹਾ ਹੋਵੇ ਤੇ ਕਿਤੇ ਕੋਈ ਅਜਿਹੀ ਸਥਿਤੀ ਪੈਦਾ ਹੋ ਜਾਵੇ ਜੋ ਉਸ ਸਮੇਂ ਦੇ ਕਾਨੂੰਨਾਂ ਦੇ ਅਨੁਸਾਰ ਹੱਲ ਨਾ ਕੀਤੀ ਜਾ ਸਕਦੀ ਹੋਵੇ, ਤਾਂ ਇਸ ਸਥਿਤੀ ਦੇ ਵਿੱਚ ਰਾਸ਼ਟਰਪਤੀ ਇੱਕ ਨਵਾਂ ਕਾਨੂੰਨ ਬਣਾ ਕੇ ਪੇਸ਼ ਕਰ ਸਕਦਾ ਹੈ, ਜਿਹਨੂੰ ਕਿ ਅਧਿਆਦੇਸ਼ ਜਾਂ ਆਰਡੀਨੈਂਸ ਦੇ ਨਾਮ ਨਾਲ ਜਾਣਦੇ ਹੈਗੇ। ਅਧਿਆਦੇਸ਼ ਜਾਰੀ ਹੋਣ ਤੋਂ ਬਾਅਦ ਜਦੋਂ ਰਾਸ਼ਟਰਪਤੀ ਨੇ ਇਸ ਨੂੰ ਬਣਾ ਦਿੱਤਾ, ਤਾਂ ਸੰਸਦ ਦੇ ਸਮਾਗਮ ਜਿਸ ਮਿਤੀ ਨੂੰ ਆਰੰਭ ਹੋਵੇਗਾ ਉਸ ਮਿਤੀ ਤੋਂ 6 ਹਫ਼ਤਿਆਂ ਤੱਕ ਇਸ ਦੀ ਮਿਆਦ ਜਿਹੜੀ ਹੈ ਉਹ ਖਤਮ ਹੋ ਜਾਵੇਗੀ,
ਧਿਆਨ ਦੇਣ ਜੋ ਗੱਲ ਹੈ ਕਿ ਇਹ 6 ਹਫ਼ਤਿਆਂ ਦੇ ਮਗਰੋਂ ਆਟੋਮੈਟਿਕਲੀ ਸਮਾਪਤ ਹੋ ਜਾਵੇਗਾ ਜੇਕਰ ਸੰਸਦ ਦਾ ਸਮਾਗਮ ਸ਼ੁਰੂ ਹੋ ਚੁੱਕਿਆ ਹੈ। ਪਰ ਜੇਕਰ ਸੰਸਦ ਇਸ ਨੂੰ ਪਾਸ ਕਰ ਦਿੰਦੀ ਹੈਗੀ ਹੈ ਕਿ ਜੋ ਕਾਨੂੰਨ ਬਣਾਇਆ ਗਿਆ ਸਹੀ ਹੈ ਅਤੇ ਇਸ ਨੂੰ ਅੱਗੇ ਕੰਟੀਨਿਊ ਰੱਖਣਾ ਚਾਹੀਦਾ ਹੈ, ਫਿਰ ਇਹ ਅੱਗੇ ਜਿੰਨੇ ਟਾਈਮ ਤੱਕ ਚਾਹੁਣ ਸੰਸਦ ਉਸ ਨੂੰ ਲਾਗੂ ਕਰ ਸਕਦੀ ਹੈ। ਪਰ ਜੇਕਰ ਸੰਸਦ ਇਸ ਨੂੰ ਪਾਸ ਨਹੀਂ ਕਰਦੀ ਤਾਂ 6 ਹਫ਼ਤਿਆਂ ਬਾਅਦ ਆਪਣੇ ਆਪ ਇਹ ਸਮਾਪਤ ਹੋ ਜਾਵੇਗਾ। ਠੀਕ ਹੈ ਜੀ। ਨੈਕਸਟ ਹੈ ਜੀ ਸਰਵਉੱਚ ਅਦਾਲਤ ਦੀ ਸਲਾਹਕਾਰੀ ਰਾਏ ਪ੍ਰਾਪਤ ਕਰਨ ਦੀ। ਆਰਟੀਕਲ 143 ਦੇ ਤਹਿਤ ਸੁਪਰੀਮ ਕੋਰਟ ਦੇ ਨਾਲ ਸਲਾਹ ਕਰਨ ਦੇ ਲਈ ਰਾਸ਼ਟਰਪਤੀ ਦੀ ਸ਼ਕਤੀ। ਰਾਸ਼ਟਰਪਤੀ ਕਿਸੇ ਵੀ ਸਮੇਂ ਕਿਸੇ ਵੀ ਕਾਨੂੰਨੀ ਸਲਾਹ ਦੇ ਲਈ ਜਾਂ ਕਿਸੇ ਵੀ ਕੰਮ ਦੇ ਲਈ ਸੁਪਰੀਮ ਕੋਰਟ ਦੇ ਕੋਲੋਂ ਸਲਾਹ ਲੈ ਸਕਦਾ ਹੈਗਾ ਗਾ। ਠੀਕ ਹੈ। ਅਤੇ ਇੱਥੇ ਇਹ ਮੈਂਸ਼ਨ ਕੀਤਾ ਗਿਆ ਹੈ ਜ਼ਰੂਰੀ ਹੈ ਕਿ ਰਾਸ਼ਟਰਪਤੀ ਨੇ ਜਿਹੜੀ ਸਲਾਹ ਮੰਗੀ ਹੈ ਉਹਦੀ ਸਲਾਹ ਦੇਣਾ ਸੁਪਰੀਮ ਕੋਰਟ ਦਾ ਕੰਮ ਜ਼ਰੂਰੀ ਹੈ, ਉਹਨੂੰ ਸਲਾਹ ਦੇਣੀ ਹੀ ਪਵੇਗੀ। ਠੀਕ ਹੈ, ਚਾਹੇ ਉਹ ਕਿਸੇ ਵੀ ਵਿਸ਼ੇ ਦੇ ਉੱਪਰ ਹੋਵੇ। ਪਰ ਉਸ ਸਲਾਹ ਨੂੰ ਮੰਨਣਾ ਜਾਂ ਨਾ ਮੰਨਣਾ, ਉਸ ਸਲਾਹ ਨੂੰ ਮੰਨਣਾ ਜਾਂ ਨਾ ਮੰਨਣਾ ਇਹ ਡਿਪੈਂਡ ਕਰਦਾ ਹੈ ਰਾਸ਼ਟਰਪਤੀ ਦੇ ਉੱਪਰ। ਹੁਣ ਤੱਕ ਰਾਸ਼ਟਰਪਤੀ ਨੇ 15 ਵਾਰ ਜਿਹੜਾ ਹੈ ਸਲਾਹ ਲੈ ਚੁੱਕਿਆ ਹੈ ਜੀ ਸੁਪਰੀਮ ਕੋਰਟ ਤੋਂ ਵੱਖਰੇ ਵੱਖਰੇ ਕੰਮਾਂ ਨੂੰ ਲੈ ਕੇ। ਓਕੇ, ਨੈਕਸਟ ਹੈ ਵਿੱਤੀ ਸ਼ਕਤੀਆਂ, ਫਾਈਨੈਂਸ਼ੀਅਲ ਪਾਵਰਸ। ਫਾਈਨੈਂਸ਼ੀਅਲ ਪਾਵਰ ਦੇ ਵਿੱਚ ਕੀ ਹੈ ਕਿ ਵਿੱਤੀ ਬਿੱਲ ਜਿਹੜਾ ਹੈ ਉਹ ਰਾਸ਼ਟਰਪਤੀ ਦੀ ਅਗੇਤਰੀ ਪ੍ਰਵਾਨਗੀ ਤੋਂ ਬਿਨਾਂ ਲੋਕ ਸਭਾ ਦੇ ਵਿੱਚ ਪੇਸ਼ ਨਹੀਂ ਕੀਤਾ ਜਾ ਸਕਦਾ। ਜ਼ਰੂਰੀ ਹੈ ਕਿ ਉਸ ਨੂੰ ਲੋਕ ਸਭਾ ਨੂੰ ਜਦੋਂ ਵੀ ਕਿਤੇ ਬਿੱਲ ਪੇਸ਼ ਕਰਨਾ ਹੈ, ਜਿਹਨੂੰ ਕਿ ਵਿੱਤ ਬਿੱਲ ਕਹਿ ਦਿੰਦੇ ਹੈ, ਇਹ ਰਾਸ਼ਟਰਪਤੀ ਤੋਂ ਪਰਮਿਸ਼ਨ ਲੈ ਕੇ ਹੀ ਪੇਸ਼ ਕੀਤਾ ਜਾਊਗਾ। ਹਰ ਸਾਲ ਦੇ ਆਰੰਭ ਦੇ ਵਿੱਚ ਸਾਲ ਦਾ ਅਨੁਮਾਨਿਤ ਖਰਚ ਤੇ ਆਮਦਨ ਦਾ ਵੇਰਵਾ ਰਾਸ਼ਟਰਪਤੀ ਹੀ ਸੰਸਦ ਦੇ ਵਿੱਚ ਪੇਸ਼ ਕਰਾਉਂਦਾ ਹੈਗਾ ਤੇ ਇਹ ਸਾਰੀ ਰਿਪੋਰਟ ਤਿਆਰ ਕਰਦਾ ਹੁੰਦਾ ਹੈ ਵਿੱਤ ਮੰਤਰੀ। ਇਹ ਸਾਰੀ ਰਿਪੋਰਟ ਤਿਆਰ ਕਰਦਾ ਹੁੰਦਾ ਹੈ ਵਿੱਤ ਮੰਤਰੀ, ਜਿਹਨੂੰ ਕਿ ਐਨੂਅਲ ਸਟੇਟਮੈਂਟ ਦੇ ਨਾਮ ਨਾਲ ਆਪਾਂ ਜਾਣਦੇ ਹੈਗੇ। ਰਾਸ਼ਟਰਪਤੀ ਆਮਦਨ ਟੈਕਸ ਰਾਹੀਂ ਪ੍ਰਾਪਤ ਕੀਤਾ ਧਨ ਸੰਘ ਅਤੇ ਰਾਜ ਸਰਕਾਰਾਂ ਦੇ ਵਿੱਚ ਵੰਡਦਾ ਹੈ। ਯਾਦ ਰੱਖਣਾ ਹੈ ਜਿੰਨਾ ਵੀ ਟੈਕਸ ਇਕੱਠਾ ਹੁੰਦਾ ਹੈ ਉਹਦਾ ਸਾਰੀ ਧਨ ਜਿਹੜਾ ਹੈ ਉਹ ਕੇਂਦਰ ਅਤੇ ਰਾਜਾਂ ਦੇ ਵਿਚਕਾਰ ਵੰਡਣ ਦਾ ਕੰਮ ਰਾਸ਼ਟਰਪਤੀ ਕਰਦਾ ਹੈ। ਅਸਾਮ, ਪੱਛਮੀ ਬੰਗਾਲ, ਉੜੀਸਾ, ਅਸਾਮ, ਪੱਛਮੀ ਬੰਗਾਲ ਅਤੇ ਉੜੀਸਾ ਦੇ ਰਾਜਾਂ ਦੇ ਵਿੱਚ ਪਰਸਨ ਨਿਰਯਾਤ ਟੈਕਸ ਹੁੰਦਾ ਹੈਗਾ ਜੋ ਇਹਨਾਂ ਦੇ ਦੁਆਰਾ ਪ੍ਰਾਪਤ ਕੀਤਾ ਜਾਂਦਾ ਧਨ ਹੁੰਦਾ ਹੈ। ਇਹਨਾਂ ਨੂੰ ਰਾਜਾਂ ਅਤੇ ਸੰਘ ਦੇ ਵਿਚਕਾਰ ਬਣਦਾ ਹੈ। ਠੀਕ ਹੈ, ਪਰਸਨ ਦਾ ਅਸਾਮ, ਪੱਛਮੀ ਬੰਗਾਲ ਅਤੇ ਉੜੀਸਾ ਦੇ ਵਿੱਚੋਂ ਟੈਕਸ ਲਿਆ ਜਾਂਦਾ ਹੈਗਾ ਕਿਉਂਕਿ ਇਹਨਾਂ 3 ਰਾਜਾਂ ਦੇ ਵਿੱਚ ਹੀ ਪਰਸਨ ਜ਼ਿਆਦਾ ਹੁੰਦੀ ਹੈ। ਫਿਰ ਇਹ ਤੋਂ ਜਿੰਨੀ ਇਨਕਮ ਹੁੰਦੀ ਹੈਗੀ ਆ ਉਹਨੂੰ ਰਾਜਾਂ ਅਤੇ ਸੰਘ ਦੇ ਵਿੱਚ ਵੰਡਣ ਦਾ ਕੰਮ ਜਿਹੜਾ ਹੈਗਾ ਉਹ ਵੀ ਰਾਸ਼ਟਰਪਤੀ ਹੀ ਕਰਦਾ ਹੈ। ਭਾਰਤ ਦੇ ਅਚਨਚੇਤ ਜਿਹਨੂੰ ਕੰਟੀਨਿਊਸ ਫੰਡ ਆਫ ਇੰਡੀਆ ਕਹਿੰਦੇ ਆ ਉਹਦੇ ਉੱਪਰ ਰਾਸ਼ਟਰਪਤੀ ਦਾ ਪੂਰਾ ਨਿਯੰਤਰਣ ਹੁੰਦਾ ਹੈਗਾ। ਇਸ ਦੇ ਵਿੱਚ ਜਿੰਨਾ ਵੀ ਟੈਕਸ ਹੋਇਆ ਹੁੰਦਾ ਹੈਗਾ ਉਸ ਨੂੰ ਇਕੱਠਾ ਕੀਤਾ ਜਾਂਦਾ ਹੈ ਤੇ ਅਕਸਰ ਕੰਟੀਨਿਊਸ ਫੰਡ ਦੇ ਵਿੱਚੋਂ ਜਿਹੜਾ ਹੈ ਕਹਿੰਦੇ ਟੈਕਸ ਜਿਹੜਾ ਹੈਗਾ ਉਹ ਟੈਕਸ ਇਕੱਠਾ ਹੋਇਆ ਹੁੰਦਾ ਹੈ ਉਸ ਨੂੰ ਸੈਲਰੀ ਦੇ ਰੂਪ ਦੇ ਵਿੱਚ ਜਿਹੜਾ ਹੈ ਉਹ ਪ੍ਰੋਵਾਈਡ ਕੀਤਾ ਜਾਂਦਾ ਹੈ ਦੂਸਰੇ ਅਧਿਕਾਰੀਆਂ ਨੂੰ। ਠੀਕ ਹੈ ਜੀ। ਨੈਕਸਟ ਹੈ ਜੀ ਵਿੱਤ ਸੰਬੰਧੀ ਮਾਮਲਿਆਂ ਦੇ ਵਿੱਚ ਸਲਾਹ ਲੈਣ ਦੇ ਲਈ ਰਾਸ਼ਟਰਪਤੀ ਜਿਹੜਾ ਹੈ ਉਹ ਵਿੱਤ ਕਮਿਸ਼ਨ ਨੂੰ ਨਿਯੁਕਤ ਕਰਦਾ ਹੈ। ਇਹ ਆਪਾਂ ਪਹਿਲਾਂ ਹੀ ਡਿਸਕਸ ਕਰ ਚੁੱਕੇ ਹੈਗੇ। ਠੀਕ ਹੈ, ਹੁਣ ਤੱਕ ਭਾਰਤ ਦੇ ਰਾਸ਼ਟਰਪਤੀ ਨੇ ਜਿਹੜਾ ਹੈ 15 ਵਿੱਤ ਆਯੋਗ ਕਮਿਸ਼ਨ ਨਿਯੁਕਤ ਕਰ ਚੁੱਕਿਆ ਹੈਗਾ ਅਤੇ ਵਰਤਮਾਨ ਸਮੇਂ 15ਵਾਂ ਵਿੱਤ ਆਯੋਗ ਚੱਲ ਰਿਹਾ ਹੈ ਜਿਸ ਦੀ ਨਿਯੁਕਤੀ 27 ਨਵੰਬਰ 2017 ਨੂੰ ਰਾਸ਼ਟਰਪਤੀ ਨੇ ਕੀਤੀ ਸੀਗੀ ਅਤੇ 15ਵੇਂ ਵਿੱਤ ਆਯੋਗ ਦਾ ਜਿਹੜਾ ਹੈ ਮੁਖੀ ਯਾਨੀ ਚੇਅਰਮੈਨ ਜਿਹੜਾ ਹੈ ਉਹ NK ਸਿੰਘ ਹੈ ਜਿਸ ਦਾ ਪੂਰਾ ਨਾਮ ਹੈ ਜੀ ਨੰਦ ਕਿਸ਼ੋਰ ਸਿੰਘ। ਨੰਦ ਕਿਸ਼ੋਰ ਸਿੰਘ ਜਿਹੜਾ ਵਰਤਮਾਨ ਸਮੇਂ ਵਿੱਤ ਆਯੋਗ ਦਾ ਚੇਅਰਮੈਨ ਹੈਗਾ ਅਤੇ ਇਸ ਦੇ ਕੁਝ ਸਹਿਯੋਗੀ ਹੈਗੇ ਆ ਜਿਨ੍ਹਾਂ ਦੇ ਵਿੱਚੋਂ ਅਜੇ ਨਾਰਾਇਣ ਝਾ, ਪ੍ਰੋਫੈਸਰ ਅਨੂਪ ਸਿੰਘ ਅਤੇ ਦੂਸਰਾ ਹੈ ਜੀ ਡਾਕਟਰ ਅਸ਼ੋਕ ਲਹਿਰੀ ਅਤੇ ਪ੍ਰੋਫੈਸਰ ਰਮੇਸ਼ ਚੰਦ। ਇਸ ਨੂੰ ਆਯੋਗ ਦੇ ਮੈਂਬਰ ਅਤੇ ਅਰਵਿੰਦ ਮਹਿਤਾ ਜਿਹੜਾ ਹੈ ਇਸ ਨੂੰ ਆਯੋਗ ਦਾ ਸਕੱਤਰ ਜਿਹੜਾ ਹੈ ਉਹ ਨਿਯੁਕਤ ਕੀਤਾ ਗਿਆ ਹੈਗਾ। ਓਕੇ, ਨੈਕਸਟ ਹੈ ਜੀ ਨਿਆਇਕ ਸ਼ਕਤੀਆਂ। ਰਾਸ਼ਟਰਪਤੀ ਨੂੰ ਆਰਟੀਕਲ 72 ਦੇ ਤਹਿਤ ਇਹ ਮੈਂਸ਼ਨ ਕੀਤਾ ਗਿਆ ਹੈ ਕਿ ਮਾਫੀ ਆਦਿ ਅਤੇ ਕੁਝ ਮਾਮਲਿਆਂ ਦੇ ਵਿੱਚ ਸਜ਼ਾਵਾਂ ਨੂੰ ਮੁਅੱਤਲ ਕਰਨ ਅਤੇ ਮਾਫ ਕਰਨ ਜਾਂ ਫਿਰ ਬਦਲਣ ਦੀ ਰਾਸ਼ਟਰਪਤੀ ਦੇ ਕੋਲੇ ਸ਼ਕਤੀ ਹੈ। ਕਈਆਂ ਦੀਆਂ ਸਜ਼ਾਵਾਂ ਨੂੰ ਮਾਫ ਕਰ ਸਕਦਾ ਹੈ, ਉਸ ਦੀ ਸਜ਼ਾ ਨੂੰ ਮੁਅੱਤਲ ਕਰ ਸਕਦਾ ਹੈ ਜਾਂ ਫਿਰ ਮਾਫ ਕਰ ਸਕਦਾ ਹੈ। ਇਹ ਕਿਹੜੀਆਂ ਸਥਿਤੀਆਂ ਦੇ ਵਿੱਚ ਆ? ਜੇਕਰ ਕਿਸੇ ਵਿਅਕਤੀ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੋਵੇ ਤਾਂ ਉਸ ਨੂੰ ਜਿਹੜਾ ਹੈਗਾ ਉਮਰ ਕੈਦ ਦੇ ਵਿੱਚ ਕਨਵਰਟ ਕਰ ਸਕਦਾ ਹੈ। ਉਸ ਨੂੰ ਸੰਘੀ ਕਾਨੂੰਨ ਦੀ ਉਲੰਘਣਾ ਕਰਨ ਦੀ ਸਜ਼ਾ ਦਿੱਤੀ ਗਈ ਹੋਵੇ ਉਸ ਸਥਿਤੀ ਦੇ ਵਿੱਚ ਸਜ਼ਾ ਜਿਹੜਾ ਹੈ ਉਹ ਮਾਫ ਕਰਵਾ ਸਕਦਾ ਹੈ। ਕਿਸੇ ਨੂੰ ਸੈਨਿਕ ਅਦਾਲਤ ਦੀ ਸਜ਼ਾ ਦਿੱਤੀ ਗਈ ਹੋਵੇ ਉਸ ਨੂੰ ਘੱਟ ਜਾਂ ਵੱਧ ਕਰਵਾ ਸਕਦਾ ਹੈ। ਸੋ ਇਹ ਚੀਜ਼ਾਂ ਹੈਗੀਆਂ ਨੇ। ਇਹ ਵੀ ਯਾਦ ਰੱਖਣਾ ਹੈ ਕਿ ਜਿਹੜਾ ਰਾਸ਼ਟਰਪਤੀ ਹੈਗਾ ਉਹ ਸਜ਼ਾ ਨੂੰ ਘੱਟ ਜਾਂ ਮਾਫ ਕਰਵਾ ਸਕਦਾ ਹੈ। ਸਜ਼ਾ ਨੂੰ ਵਧਾਉਣ ਦਾ ਕੰਮ ਜਿਹੜਾ ਹੈ ਉਹ ਸੁਪਰੀਮ ਕੋਰਟ ਦਾ ਹੈ, ਇਹਦੇ ਕੋਲ ਅਧਿਕਾਰ ਨਹੀਂ ਹੈਗਾ। ਠੀਕ ਹੈ, ਕੁਝ ਇੰਪੋਰਟੈਂਟ ਆਰਟੀਕਲ ਕੁਝ ਹੋਰ। ਆਰਟੀਕਲ 239 ਦੇ ਤਹਿਤ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਪ੍ਰਸ਼ਾਸਨ ਰਾਸ਼ਟਰਪਤੀ ਦੇ ਅਧੀਨ ਚਲਾਇਆ ਜਾਂਦਾ ਹੈਗਾ। ਆਰਟੀਕਲ 341 ਦੇ ਵਿੱਚ ਰਾਸ਼ਟਰਪਤੀ ਕੋਲ ਵੱਖ-ਵੱਖ ਸਮਾਜਿਕ ਸਮੂਹਾਂ ਨੂੰ ਅਨੁਸੂਚਿਤ ਜਾਤੀਆਂ ਤੇ ਅਨੁਸੂਚਿਤ ਜਨਜਾਤੀਆਂ ਦੇ ਵਜੋਂ ਮਾਨਤਾ ਦੇਣ ਦੀ ਸ਼ਕਤੀ ਹੈਗੀ।
ਆਰਟੀਕਲ 339 ਦੇ ਤਹਿਤ ਰਾਸ਼ਟਰਪਤੀ ਨੂੰ ਅਨੁਸੂਚਿਤ ਖੇਤਰਾਂ ਦੇ ਰੂਪ ਦੇ ਵਿੱਚ ਸੂਚੀ ਦੇ ਵਿੱਚੋਂ ਖੇਤਰਾਂ ਨੂੰ ਸ਼ਾਮਲ ਕਰਨ ਜਾਂ ਕੁਝ ਖੇਤਰਾਂ ਨੂੰ ਬਾਹਰ ਕਰਨ ਦਾ ਅਧਿਕਾਰ ਵੀ ਜਿਹੜਾ ਹੈ ਉਹ ਦਿੱਤਾ ਗਿਆ ਹੈਗਾ ਗਾ। ਉਹ ਆਪਣੀ ਮਰਜ਼ੀ ਨਾਲ ਇਸ ਨੂੰ ਸ਼ਾਮਲ ਵੀ ਕਰ ਸਕਦਾ ਹੈ, ਇਸ ਨੂੰ ਰਿਮੂਵ ਵੀ ਕਰ ਸਕਦਾ ਹੈ। ਨੈਕਸਟ ਹੈ ਜੀ ਆਰਟੀਕਲ 54, ਕੁਝ ਇੰਪੋਰਟੈਂਟ ਆਰਟੀਕਲ, ਰਾਸ਼ਟਰਪਤੀ ਦੇ ਸਾਰੇ ਆਰਟੀਕਲ ਕਵਰ ਹੋ ਜਾਣਗੇ ਆਪਣੇ। ਆਰਟੀਕਲ 54 ਦੇ ਅਧੀਨ ਰਾਸ਼ਟਰਪਤੀ ਚੋਣ ਦੀ ਵਿਵਸਥਾ ਕੀਤੀ ਗਈ ਹੈ। ਆਰਟੀਕਲ 59 ਦੇ ਤਹਿਤ ਰਾਸ਼ਟਰਪਤੀ ਦੇ ਆਫਿਸ ਦੀਆਂ ਜਿਹੜੀਆਂ ਸ਼ਰਤਾਂ ਨੇ ਉਹਨਾਂ ਦੀ ਗੱਲ ਕੀਤੀ ਗਈ ਹੈ। ਆਰਟੀਕਲ 71 ਦੇ ਵਿੱਚ ਰਾਸ਼ਟਰਪਤੀ ਦੀ ਚੋਣ ਨਾਲ ਸੰਬੰਧਿਤ ਮਾਮਲੇ ਨੇਗੇ। ਓਕੇ, ਇਸ ਤੋਂ ਇਲਾਵਾ ਆਰਟੀਕਲ 74 ਦੇ ਵਿੱਚ ਰਾਸ਼ਟਰਪਤੀ ਦੀ ਸਹਾਇਤਾ ਅਤੇ ਸਲਾਹ ਦੇ ਲਈ ਇੱਕ ਮੰਤਰੀ ਮੰਡਲ ਹੋਵੇਗਾ ਜਿਸ ਦਾ ਹੈੱਡ ਪ੍ਰਧਾਨ ਮੰਤਰੀ ਹੁੰਦਾ ਹੈ। ਆਰਟੀਕਲ 75 ਦੇ ਤਹਿਤ ਮੰਤਰੀਆਂ ਦੇ ਲਈ ਹੋਰ ਵਿਵਸਥਾਵਾਂ ਜਿਵੇਂ ਨਿਯੁਕਤੀਆਂ, ਮਿਆਦ ਅਤੇ ਤਨਖਾਹ ਦੀ ਗੱਲ ਕੀਤੀ ਗਈ ਹੈ। ਆਰਟੀਕਲ 76 ਦੇ ਵਿੱਚ ਭਾਰਤ ਦੇ ਅਟਾਰਨੀ ਜਨਰਲ ਦੀ ਨਿਯੁਕਤੀ ਕੀਤੀ ਗਈ ਹੈ। ਆਰਟੀਕਲ 77 ਦੇ ਵਿੱਚ ਭਾਰਤ ਸਰਕਾਰ ਦੇ ਕਾਰੋਬਾਰ ਦਾ ਆਚਰਣ ਹੈ। ਆਰਟੀਕਲ 78 ਦੇ ਵਿੱਚ ਰਾਸ਼ਟਰਪਤੀ ਨੂੰ ਸੂਚਨਾ ਦੇਣ ਦੇ ਸੰਬੰਧ ਦੇ ਵਿੱਚ ਪ੍ਰਧਾਨ ਮੰਤਰੀ ਦੇ ਕਰਤੱਵ ਦੀ ਗੱਲ ਕੀਤੀ ਗਈ ਹੈ। ਆਰਟੀਕਲ 111 ਦੇ ਵਿੱਚ ਪਾਰਲੀਮੈਂਟ ਦੁਆਰਾ ਪਾਸ ਕੀਤੇ ਗਏ ਬਿੱਲਾਂ ਦੀ ਮਨਜ਼ੂਰੀ ਹੈ ਅਤੇ ਆਰਟੀਕਲ 112 ਦੇ ਵਿੱਚ ਕੇਂਦਰੀ ਬਜਟ, ਜਿਹਨੂੰ ਸਾਲਾਨਾ ਵਿੱਤੀ ਬਜਟ ਕਹਿੰਦੇ ਆ, ਉਸ ਨੂੰ ਕਿਹਾ ਗਿਆ। ਠੀਕ ਹੈ, ਇਹ ਕੁਝ ਇੰਪੋਰਟੈਂਟ ਆਰਟੀਕਲ ਨੇਗੇ ਜੋ ਰਾਸ਼ਟਰਪਤੀ ਦੇ ਨਾਲ ਰਿਲੇਟਡ ਨੇਗੇ। ਉਮੀਦ ਕਰਦਾ ਸੈਸ਼ਨ ਤੁਹਾਡੇ ਸਾਰਿਆਂ ਲਈ ਹੈਲਪ ਹੋ ਰਿਹਾ ਹੋਊਗਾ, ਕਾਫੀ ਕੁਝ ਜਿਹੜਾ ਸਿੱਖਣ ਨੂੰ ਮਿਲਿਆ ਹੋਊ। ਥਰਡ ਪਾਰਟ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਜੀ ਐਮਰਜੈਂਸੀ ਪਾਵਰਸ ਹੋ ਗਈਆਂ ਅਤੇ ਇਸ ਤੋਂ ਇਲਾਵਾ ਵੀਟੋ ਪਾਵਰ, ਅਤੇ ਚੌਥੇ ਪਾਰਟ ਦੇ ਵਿੱਚ ਆਪਾਂ ਗੱਲ ਕਰਾਂਗੇ ਭਾਰਤ ਦੇ ਪ੍ਰਮੁੱਖ ਰਾਸ਼ਟਰਪਤੀਆਂ ਦੀ। ਓਕੇ, ਸੋ ਉਮੀਦ ਕਰਦਾ ਸਾਰਿਆਂ ਲਈ ਹੈਲਪ ਹੋ ਰਿਹਾ ਹੋਊਗਾ। ਸੋ ਨੈਕਸਟ ਕਲਾਸ ਤੁਹਾਨੂੰ ਜਲਦੀ ਹੀ ਪ੍ਰੋਵਾਈਡ ਕਰ ਦੇਵਾਂਗਾ। ਸੋ ਅੱਜ ਲਈ ਥੈਂਕ ਯੂ ਸੋ ਮਚ।